KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:35 ਹੋਏ ਨੇ। 15 ਸਤੰਬਰ ਦਾ ਦਿਨ ਹੈ, ਵਰਾ 2021 ਦਾ, ਮੰਗਲਵਾਰ ਹੈ। 31 ਭਾਦੋ, ਨਾਨਕ ਸੰਮਤ 553, ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ, ਖਬਰਾਂ ਸੁਣਾਉਣੇ, ਥੋੜੀਆਂ ਬਹੁਤੀਆਂ ਇੱਕ ਦੋ ਗਰਮ ਜੀਆਂ, ਤੇ ਉਸ ਤੋਂ ਬਾਅਦ ਫਿਰ ਕਹਾਣੀ ਅਜਦੇਵ ਤਰੀਕਿਆਂ ਵਾਲਿਆਂ ਦੀ, ਹਰਦੇਵ ਦਲਗੀਰ ਦੇਵ ਤਰੀਕਿਆਂ ਵਾਲੇ ਦੀ ਕਹਾਣੀ ਤੁਹਾਡੇ ਸਨਮੁਖ ਹੋਏਗੀ। ਬਹੁਤ ਚਿਰ ਹੋ ਗਿਆ ਕਹਾਣੀ ਵੀ ਸੁਣਾਈ ਦੇਵ ਤਰੀਕਿਆਂ ਵਾਲਿਆਂ ਦੀ, ਤੇ ਅੱਜ ਤੁਹਾਨੂੰ ਕਹਾਣੀ ਦੇਵ ਤਰੀਕਿਆਂ ਵਾਲਿਆਂ ਦੀ 604 1844 247 1550 18442447 1550 ਆਉਣੇ ਨੰਬਰ ਹੈ। 604 729 1224 604729 1224 ਮੇਰਾ ਨੰਬਰ ਹੈ। ਸੈਲ ਨੰਬਰ WhatsApp ਤੇ ਟੈਕਸਟ ਲਈ। ਦੂਜੇ ਬੰਨੇ ਅੱਜ ਕੰਮ ਗਹਿ ਗੱਤ ਚੱਲਦਾ ਸੀ ਰਾਜਨੀਤਿਕ ਬੰਦਿਆਂ ਦਾ। ਪਹਿਲਾਂ ਤਾਂ ਮਨ ਹੋਇਆ ਸੀ ਵੀ ਚੱਲ ਇੱਥੇ ਹੀ ਲਾ ਲਓ 2 ਘੰਟੇ ਹੋਰ, ਫੇਰ ਕਹਾਣੀ ਦਾ ਦਿਨ ਸੀ। ਮੈਂ ਕਿਹਾ ਦਰੇਗ ਨਾ ਹੋ ਜਾਏ ਬਾਹਰ ਪਿਛਲੇ ਸਤੰਬਰ ਦਾ, ਤਾਂ ਆ ਗਿਆ। ਕਹਾਣੀ ਅੱਜ ਸੁਣਾਉਂਦੇ ਆ ਤੁਹਾਨੂੰ ਦੇਵ ਤਰੀਕਿਆਂ ਵਾਲੇ ਦੀ। ਕਿਸੇ ਦਾ ਪਿਆਰ ਪਾਵਨ ਨੂੰ ਭਲਾ ਕੋਈ ਕੀ ਨਹੀਂ ਕਰਦਾ, ਉਹ ਪਰਬਤ ਭੋਰ ਦਿੰਦਾ ਹੈ, ਉਹ ਰੀਝਾਂ ਹੀ ਨਹੀਂ ਕਰਦਾ। ਲਪੇਟਾਂ ਰੇਸ਼ਮਾਂ ਅੰਦਰ ਵੇ ਤੇਰੇ ਐਬ ਵੀ ਸੋਹਣੇ, ਜੋ ਚੰਨ ਦੇ ਦਾਗ ਧੋਬਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਜਿਉਂ ਚੰਨ ਦੇ ਦਾਗ ਧੋਬਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਜੋ ਲਿਖਦਾ ਕਾਸ਼ਨੀ ਚਿੱਠੀਆਂ ਹਵਾ ਦੇ ਵਰਕਿਆਂ ਉੱਤੇ, ਮੇਰੇ ਨਾਲ ਬੋਲਦਾ ਵੀ ਨਹੀਂ ਤੇ ਨਫ਼ਰਤ ਵੀ ਨਹੀਂ ਕਰਦਾ। ਇਸ਼ਕ ਅਸਮਾਨ ਵਰਗਾ ਹੈ, ਜੋ ਨੀਲਾ ਕੇਸਰੀ ਹੁੰਦਾ ਤਵੀ ਤੇ ਬੈਠ ਜਾਂਦਾ ਹੈ ਤੇ ਉੱਪਰੋਂ ਸੀ ਨਹੀਂ ਕਰਦਾ। ਰੇਤਾ ਵੀ ਤੱਕਾ ਹੀ ਮਗਰ ਕੋਈ ਪੈੜ ਨਹੀਂ ਦਿਸਦੀ, ਅਨੋਖਾ ਸੱਪ ਹੈ ਤੁਰਦਾ ਤਾਂ ਹੈ ਪਰ ਲੀ ਨਹੀਂ ਕਰਦਾ। ਤੇ ਬੰਬਲ ਚਾਨਣੀ ਦੇ ਹੁਣ ਤੱਕ ਕੋਈ ਵੱਟਦਾ ਨਹੀਂ ਤੱਕਿਆ, ਤੇ ਨਿਤਰੇ ਨੂੰ ਚੌਰ ਕੋਈ ਮਸਕੀ ਨਹੀਂ ਕਰਦਾ। ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ, ਉਹ ਪਰਬਤ ਭੋਰ ਦਿੰਦਾ ਹੈ, ਉਹ ਰੀਝਾਂ ਹੀ ਨਹੀਂ ਕਰਦਾ। ਇਸ਼ਕ ਅਸਮਾਨ ਵਰਗਾ, ਹਰਮਨਜੀਤ ਲਿਖਦਾ ਹੈ। 12:45 ਹੋਏ ਨੇ। ਬੜੀ ਗਰਮੈਸ਼ ਸਵੇਰੇ ਹੋਈ ਪਈ ਸੀ। ਕਹਿੰਦੇ ਟੋਰਾਂਟੋ ਵੱਲ ਇੱਕ ਹੋਸ ਤੇ ਗੋਲੀ ਚੱਲ ਗਈ। ਪਤਾ ਤਾਂ ਨਹੀਂ ਲੱਗਿਆ ਹਾਲੇ ਤੱਕ ਵੀ ਚੱਲੀ ਹੈ ਜਾਂ ਨਹੀਂ, ਤੇ ਜੇ ਚੱਲੀ ਹੈ ਤਾਂ ਵੀ ਮਾੜੀ ਗੱਲ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੇਸ਼ ਦੇ ਵਿੱਚ। ਹੋਸਟਾਂ ਤੇ ਗੋਲੀਆਂ ਚੱਲ ਜਾਂਦੀਆਂ ਨੇ ਤੇ ਕਾਰਾਂ 'ਚ ਲੱਗਦੀਆਂ ਨੇ ਬਾਹਰਲੇ ਬੰਦੇ, ਕਿਤੇ ਬਰਾਬਰ ਕਿਤੇ ਖਹਿ ਕੇ ਲੰਘਦੀਆਂ ਨੇ। ਤੇ ਬਾਹਰ ਫਿਰ ਜਿਹੜੇ ਦੰਦ ਕਥਾ ਸ਼ੁਰੂ ਹੋ ਜਾਂਦੀ ਹੈ ਵੀ ਇਹ ਤਾਂ ਰੇਟਿੰਗ ਵਧਾਉਣ ਲਈ ਹੁੰਦੀ ਹੈ, ਲੋਕ ਹੁਣ ਹੋਰ ਸੁਣਨਗੇ। ਤੋ ਇਹ ਜਿਹੜੀ ਉੱਥੇ ਗੱਲ ਹੋਈ ਹੈ, ਪਰ ਕਈ ਦੱਸਿਆ, ਕਈਆਂ ਨੇ ਕਨਫਰਮ ਕੀਤਾ, ਕਈਆਂ ਨੇ ਕਿਹਾ ਨਹੀਂ ਐਵੇਂ ਗੱਲ ਹੈ, ਤੇ ਕੁਛ ਨਹੀਂ ਪਤਾ ਲੱਗਿਆ। ਪਰ ਇਹ ਦੇਸ਼ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਆ, ਇਸ ਦੇਸ਼ ਦੇ ਵਿੱਚ ਆਪਾਂ ਕਿਸੇ ਦੇ ਨਾਲ ਸਾਡਾ ਵਿਚਾਰ ਵਟਾਂਦਰੇ ਦੇ ਤੌਰ ਤੇ ਬਣਦੀ ਨਹੀਂ ਹੋ ਸਕਦੀ, ਪਰ ਉਹ ਇੱਕ ਵਿਚਾਰ ਹੀ ਨੇ। ਹੱਥੋਂ ਪਾਈ ਵਾਲਾ ਕੰਮ ਤਾਂ ਮਾੜਾ ਹੈ, ਪਰ ਜੇ ਅਸੀਂ ਇਸ ਮਾਈਕ ਦੇ ਰਾਹੀਂ, ਇਸ ਟੈਲੀਵਿਜ਼ਨ ਦੇ ਰਾਹੀਂ ਤੁਹਾਡੀ ਇੱਜ਼ਤ ਦੇ ਪਚਖਰੇ ਅੜਾਉਨੇ ਆ, ਫਿਰ ਉਹਦਾ ਕੋਈ ਵੀ ਉਹਦਾ ਸਿੱਟਾ ਹੋ ਸਕਦਾ। ਉਸ ਨੂੰ ਤੁਸੀਂ ਫਿਰ ਜਦ ਤੁਸੀਂ ਆਪਣੀ ਮਰਿਆਦਾ ਛੱਡ ਦਿੱਤੀ ਤਾਂ ਸਾਹਮਣੇ ਵਾਲਾ ਮਰਿਆਦਾ ਵੀ ਛੱਡ ਸਕਦਾ। ਉਹ ਇਹ ਗਿਆ ਹੁਣ ਇਹਦੇ ਵਿੱਚ ਡਮਰੂ ਵੱਜਦਾ, ਕ੍ਰੀਏਟ ਹੋ ਜਾਂਦੀਆਂ ਨੇ ਚੀਜ਼ਾਂ, ਬਈ ਆਹ ਹੋ ਗਿਆ, ਆਹ ਹੋ ਗਿਆ ਜੀ। ਕਿਹੜਾ ਕਈ ਵਾਰ ਬਹੁਤ ਚੀਜ਼ਾਂ ਨੇ। ਅੱਜ ਤਾਂ ਹੁਣ ਫੇਰ ਤਾਂ ਤੁਸੀਂ ਚੈੱਕ ਕਰ ਲਓਗੇ, ਥੋੜਾ ਬਹੁਤਾ ਦੇਖ ਲਓਗੇ, ਪੰਜਾਬ ਤੇ YouTube ਤੇ ਦੇਖ ਲਓਗੇ, ਗੂਗਲ ਕਰ ਲਓਗੇ। ਅੱਜ ਤੋਂ 15 ਵਰ੍ਹੇ ਤਾਂ ਪਹਿਲਾਂ ਜਿਹੜਾ ਕੁਛ ਮਰਜ਼ੀ ਹੋ ਗਿਆ ਉਹੀ ਫਾਈਨਲ ਹੈ। ਇਹ ਗੱਲ ਬੜੀ ਚੱਲੀ ਕਿ ਰੀਅਲ estate ਦੇ ਵਿੱਚ ਰੀਅਲ estate ਦੀਆਂ ਡੀਲਸ ਕੈਂਸਲ, ਬਈ ਬਸ ਸਸਤੇ ਹੋ ਜਾਣੇ ਨੇ ਘਰ। 15-20 ਵਰ੍ਹੇ ਪਹਿਲਾਂ ਇਹ ਹੁੰਦਾ ਸੀ। ਤੇ ਸ਼ੁਕਰ ਹੈ ਹੁਣ ਫੇਰ ਵੀ ਸਾਨੂੰ ਇਹ ਲੱਗਦਾ ਕਿ ਐਟਲੀਸਟ ਪਤਾ ਲੱਗ ਜੂ ਤੁਹਾਨੂੰ ਕਿ ਕੀ ਸਹੀ ਆ ਕਿ ਕੀ ਗਲਤ ਹੈ। ਇਹ ਸਾਨੂੰ ਜਿੰਨੇ ਅਸੀਂ ਆ ਮਰਿਆਦਾ ਦੇ ਵਿੱਚ ਸਾਨੂੰ ਵੀ ਰਹਿਣਾ ਚਾਹੀਦਾ ਕਿ ਅਸੀਂ ਗਲਤ ਨਾ ਕਰੀਏ। ਗੱਲਾਂ ਬਾਤਾਂ ਕਰੋ ਜਿਹੜੀਆਂ ਕਰਨੀਆਂ ਨੇ ਸਮੇਂ ਤੇ ਉੱਪਰ। ਜਿਹੜੀ ਗੱਲ ਹੁਣ ਇਲੈਕਸ਼ਨ ਦੀ ਚੱਲਦੀ ਹੈ ਤੇ ਪੂਰਾ ਕੱਢੋ ਐਨ ਕਚੂਮਰ।
ਮੁੜ ਕੇ ਤਾਂ ਜਦ ਸਵਾਂ ਸੂਆਂ ਜੇ ਚੱਕ ਲੈਂਦੇ ਫਿਰ ਤਾਂ ਗਏ ਕੌਡੀ ਛਿੱਕੇ ਆਲੇ ਛਿੱਕੇ ਗੱਲਾਂ ਹੋ ਜਾਂਦੀਆਂ, ਫੇਰ ਨਹੀਂ ਕੋਈ ਆਉਂਦਾ ਮੁੜ ਕੇ। ਅਸਲ ਤਾਂ ਸਵਾਦ ਦੀ ਗੱਲ ਇਹ ਹੈ ਵੀ ਇਲੈਕਟਡ ਅਫੀਸ਼ੀਅਲ ਹੋਵੇ, ਚਾਹੇ MLA ਹੋਵੇ, ਚਾਹੇ MP ਹੋਵੇ, ਚਾਹੇ ਕਾਉਂਸਲਰ ਹੋਵੇ, ਉਹ ਜਿਹੜੀ ਭਾਈਚਾਰੇ 'ਚ ਉੱਠ ਕੇ ਗਿਆ ਉਸ ਭਾਈਚਾਰੇ ਦੀ ਮੰਥਲੀ ਇੱਕ ਮੀਟਿੰਗ ਕਿਉਂ ਨਹੀਂ ਸੱਦ ਸਕਦਾ? ਉਹ ਕਿਉਂ ਨਹੀਂ ਲੋਕ ਆ ਸਕਦੇ ਐਤਵਾਰ ਵਾਲੇ ਦਿਨ 2 ਘੰਟੇ ਬਈ ਲੈ ਕੰਸਟੀਚੁਐਂਸੀ ਚੋਂ, ਇਹਨਾਂ ਦੀ ਕਾਂਸਟੀਚੁਐਂਸੀ ਚੋਂ ਖਰਚੇ ਇਹਨਾਂ ਦੇ ਪੈਂਦੇ ਆ, ਉਹ ਵੀ ਜਿਹੜੇ ਮੁਰਗ ਮਸਲਮ ਦੇ ਵੀ ਪਾਉਂਦੇ ਆ ਖਰਚੇ ਤਾਂ ਪਾਉਂਦੇ ਆ ਵੀ ਫਲਾਣਾ ਆਇਆ ਵਿਜ਼ਿਟ ਕਰਨ ਕੰਸਟੀਚੁਐਂਸੀ ਆਫਿਸ, ਦੈਨ ਵੀ ਸਰਵ ਲੰਚ। ਜਿਹੜਾ ਅਸੀਂ ਕਿਤਾਬਾਂ ਦੇਖਦੇ ਆ ਕੋਈ ਨਹੀਂ ਹਟਦਾ, ਜਿੱਥੇ ਸਾਡਾ ਜ਼ੋਰ ਹੈ ਅਸੀਂ ਕਰਨਾ ਹੀ ਕਰਨਾ ਇਹੋ ਜਿਹਾ ਕੁਛ, ਢਿੱਡ ਤਾਂ ਕਰਨੀ ਉਹ ਕਰਨੀ ਅਸੀਂ। ਤੇ ਚਾਹ ਦਾ ਕੱਪ ਤੇ ਕਿਸੇ ਸਰੀ ਸ਼ਹਿਰ ਦੇ ਵਿੱਚ 20 ਬੈਂਕਟ ਹਾਲ ਨੇ, ਸਾਰੇ ਰੱਜੇ ਪੁੱਜੇ ਮਾਲਕ ਨੇ, ਉਹਨਾਂ ਨੂੰ ਕਹਿ ਸਕਦਾ ਵੀ ਦਿਓ ਜੀ 2 ਘੰਟੇ ਹੱਥ ਨੇ, ਨਾਲੇ ਚਾਹ ਪਿਲਾਓ ਲੋਕਾਂ ਨੂੰ। ਆ ਰਿਹਾ ਮੈਂ ਬੈਠੂੰਗਾ ਟੇਬਲ ਤੇ, ਨਾਲ ਹੁਣ ਇਹ ਡਲ ਡਾਲੇ ਬੈਠੇ ਲਿਖੋ ਕੰਸਰਨ, ਉਹ 'ਚ ਜਿਹੜੇ ਤੁਹਾਡੀ ਧਰਾਤਲ ਤੇ ਤੁਹਾਡੇ ਕੋਲ ਹੈ, ਕਿਹੜਾ ਦਫ਼ਤਰ ਕਾਹਦੇ ਲਈ ਦਫ਼ਤਰ ਬਿਜ਼ੀ ਹੈ, ਇਹਨੇ ਕਹਿਤਾ ਬਿਜ਼ੀ ਆ, ਕਿਹੜਾ ਮਾਪਦੰਡ ਆ, ਕਿਹੜੀ ਸਾਲ ਲਮਕਾ ਲਈ ਦਫ਼ਤਰ ਦੇ ਨਾਲ ਜਿਹਦਾ ਪਤਾ ਲੱਗਦਾ ਵੀ ਇਹ ਸਿੱਧਾ ਤੇ ਬਿਜ਼ੀ ਹੈ। ਤੇ ਜੱਕੜਾਂ ਹੁਣ ਸਾਨੂੰ ਮਾਰਨੀਆਂ ਹਟਣਾ ਚਾਹੀਦਾ, ਹਟਣਾ ਚਾਹੀਦਾ। ਕੋਈ ਚੀਜ਼ ਦਾ ਅੰਤ ਹੁੰਦਾ, ਕੋਈ ਚੀਜ਼ ਦੀ ਇੰਤਹਾ ਹੁੰਦੀ ਹੈ, ਕੋਈ ਚੀਜ਼ ਦੀ ਪੰਜਾਬੀਆਂ ਦੇ ਕਹਿਣ ਨੂੰ ਨਫ ਇਜ਼ ਨਫ, ਉਹ ਨਫ ਜਿਹੜਾ ਹੈ ਉਹ ਨਫ ਕਦੇ ਹੋਣਾ ਚਾਹੀਦਾ। ਤੇ ਕੋਸ਼ਿਸ਼ ਹੈ, ਮੈਂ ਤੁਹਾਨੂੰ ਦੱਸਾਂ, ਨਵੇਂ ਕਈ ਜਿਹੜੇ ਨੇ ਕੈਂਡੀਡੇਟ ਲੱਗੇ ਨੇ ਜਿਨ੍ਹਾਂ ਨੂੰ ਇਹ ਉਹ ਆ ਵੀ ਇਹ ਸੌਖਾ ਨਹੀਂ ਕੰਮ ਹੈ, ਪਰ ਫਿਰ ਵੀ ਐਸਟੈਬਲਿਸ਼ਮੈਂਟ ਨੂੰ ਚੈਲੰਜ ਕਰਨਾ ਉਹ ਵੀ ਜ਼ਰੂਰਤ ਚਾਹੀਦੀ ਹੈ। ਖਾਸ ਤੌਰ ਤੇ ਇੰਡੀਪੈਂਡੈਂਟ ਕੈਂਡੀਡੇਟ ਨੇ, ਜਿਵੇਂ ਪ੍ਰਵੀਰ ਹੁੰਦਲ ਆ ਕੁੜੀ, ਮਤਲਬ ਇੱਕ ਇਹ ਉਮਰ ਦੇ ਵਿੱਚ ਚੜ੍ਹਦੀ ਵਰੇਸ ਹੈ, ਪੜ੍ਹਾਈ ਨਾਲ ਡਿਗਰੀਆਂ, ਤੇ ਉਹਦੇ ਬਾਅਦ ਮਤਲਬ ਇਲੈਕਸ਼ਨ 'ਚ ਖੜਨਾ ਇਹ ਸੌਖਾ ਨਹੀਂ ਹੈ। ਉਹ ਸੀਰੀਅਸ ਲਵੇ ਨਾ ਲਵੇ ਕੋਈ, ਇਹ ਤਾਂ ਕੰਸਟੀਚੁਐਂਟਸ ਦੇ ਤੌਰ ਤੇ ਹੈ, ਉਹ ਕਿਵੇਂ ਸੋਚਦੇ ਆ, ਤੇ ਜਿਵੇਂ ਅਸੀਂ ਸੋਚਦੇ ਹਾਂ ਸਾਨੂੰ ਵੀ ਪਤਾ ਹੈ ਵੀ ਕਿਵੇਂ ਸੋਚਦੇ ਆ, ਸਾਰਿਆਂ ਨੂੰ ਪਤਾ ਅਸੀਂ ਕਿਵੇਂ ਸੋਚਦੇ, ਪਰ ਸੋਚਣ ਦਾ ਢੰਗ ਬਦਲਣਾ ਪੈਣਾ। ਜੇ ਇਹੋ ਜਿਹਾ ਕੁਛ ਛੱਡ ਕੇ ਜਾਣਾ ਖਲਾਰਾ, ਫਿਰ ਤਾਂ ਅਸੀਂ ਮੁੜ ਕੇ ਉਧਰ ਨੂੰ ਚੱਲੇ ਆ ਜਿੱਥੋਂ ਤੁਰੇ ਸੀ। 107 ਬਰੇ ਪਹਿਲਾਂ ਆਏ ਕਾਮਾਗਾਟਾ ਮਾਰੂ ਵੱਲ ਨੂੰ ਤੁਰੇ ਜਾਂਦੇ ਆ ਆਪਾਂ, ਜਿਹੜੇ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ। ਮੰਨ ਲਓ ਇਹ ਗੱਲ, ਅਸੀਂ ਨਿਮਾਣ ਵੱਲ ਨੂੰ ਤੁਰੇ ਜਾਂਦੇ ਆ, ਜਿੱਥੇ ਗਰੀਬ ਤੇ ਅਮੀਰ ਦਾ ਪਾੜਾ ਏਡਾ ਵੱਧ ਗਿਆ, ਕੋਈ ਜਵਾਕ ਤਰਸੂਗਾ ਪੜ੍ਹਾਈ ਦੇ ਲਈ, ਤੇ ਜਿਨ੍ਹਾਂ ਦੇ ਕੋਲ ਪੈਸੇ ਹੋਣਗੇ $1 ਮਿਲੀਅਨ ਉਹ ਪੜ੍ਹਾ ਕੇ ਲਿਆਉਣਗੇ ਜਵਾਕ ਬਾਹਰਲੇ ਦੇਸ਼ਾਂ। ਤੇ ਗੁਲਾਮੀ ਵੀ ਤੁਸੀਂ ਸਾਨੂੰ ਆ ਰਹੇ ਰੰਬਿਆਂ ਵਾਲੇ ਵੀ ਚਾਹੀਦੇ ਨੇ, 2x4 ਚੱਕਣ ਵਾਲੇ, ਨਟ ਬੋਲਟ ਵਾਲੇ ਵੀ ਚਾਹੀਦੇ ਨੇ, ਸਾਰੇ ਥੋੜਾ 3 ਪੀਸ ਪਾ ਕੇ ਫਿਰਦੇ ਆ ਅਰਮਾਨੀ ਦੇ $5000 ਦੇ। ਪਰ ਇਹ ਦੇਸ਼ ਇਸ ਤਰ੍ਹਾਂ ਨਹੀਂ ਸੀ ਜਿੱਧਰ ਨੂੰ ਇਹ ਚੱਲਿਆ ਹੋਇਆ। ਇਹ ਮੰਨ ਲਓ ਗੱਲ, ਇਹ ਐਕਸੈਪਟ ਕਰਨੀ ਪੈਣੀ ਹੈ ਸਾਨੂੰ। ਉਹਦੇ ਚਾਹੇ ਮਲਟੀ ਲੇਅਰ ਇਸ਼ੂਜ਼ ਹੋ ਸਕਦੇ ਨੇ, ਘਰਾਂ ਦੀ ਅਫੋਰਡੇਬਿਲਟੀ, ਆਮ ਜਨ ਜੀਵਨ, ਸੁਰੱਖਿਅਤਾ ਦੀ ਗੱਲ, ਡਰੱਗਸ ਦੀ ਗੱਲ, ਤੇ ਇਹ ਲੱਗਦੀਆਂ ਬਹੁਤ ਔਖੀਆਂ ਨੇ, ਪਰ ਹੁਣ ਇਹ ਵੱਡੇ ਗੁਲਦਸਤੇ ਦੇ ਵਿੱਚੋਂ ਆਪਣੀ ਕੰਸਟੀਚੁਐਂਸੀ ਦਾ ਫੁੱਲ ਕੱਢ ਕੇ ਉਹਨੂੰ ਤਾਂ ਪਾਣੀ 'ਚ ਰੱਖ ਸਕਦੇ ਆ ਨਾ, ਆਪਣੇ ਹਲਕੇ ਤੋਂ ਤਾਂ ਸ਼ੁਰੂ ਕਰ ਸਕਦੇ ਆ। ਹਲਕੇ ਦੀ ਸੋਚ ਹੈ ਜਿਹੜੀ, ਉਹ ਏਰੀਏ ਦੀ ਸੋਚ ਬਣੂ, ਏਰੀਏ ਦੀ ਸੋਚ ਸੂਬੇ ਦੀ ਬਣੂ, ਸੂਬੇ ਦੀ ਦੇਸ਼ ਦੀ ਬਣੂ। ਔਰ ਜੇ ਤੁਹਾਨੂੰ ਮੈਂ ਇਸ ਨੂੰ ਪੈਸਿਆਂ ਵਾਲੇ ਪਾਸੇ ਦੱਸਾਂ, $1.25 ਲੱਖ $1.5 ਲੱਖ ਤਨਖਾਹ MP ਦੀ ਹੁਣ ਕੱਟ ਕੇ $1.25 ਲੱਖ ਹੋਣਾ, $10,000 ਦੇ ਨਾਲ ਤੁਸੀਂ ਗੁਜ਼ਾਰਾ ਕਿਵੇਂ ਕਰੋਗੇ? $1 ਲੱਖ MLA ਕਮਾਉਣ ਵਾਲਾ ਕਿਵੇਂ ਜਵਾਕਾਂ ਦੀ ਰੋਟੀ ਕਮਾਊਗਾ? ਪਰ ਇਹ ਸੱਚੇ ਦਿਲੋਂ ਕਰਨ ਵਾਲੀ ਇੱਕ ਸੇਵਾ ਜਿਹੜੀ ਸਭ ਤੋਂ ਉੱਤਮ ਸੇਵਾ, ਜੇ ਉਹ ਸੇਵਾ ਹੋਵੇ, ਜੇ ਉਹਦੇ ਵਿੱਚ ਪਤਾ ਵੀ ਅਸੀਂ ਇੱਥੋਂ ਸਿੱਟ ਕੇ ਡੋਲ ਇੱਥੋਂ ਕੱਢ ਲੈਣਾ ਪਾਣੀ ਧਰਤੀ ਚੋਂ, ਇੱਥੇ ਨਹੀਂ ਤਾਂ ਪੰਜਾਬ ਦੇ ਵਿੱਚ ਹੋਊ ਟ੍ਰਾਂਜੈਕਸ਼ਨ, ਫਿਰ ਕਰੀ ਚੱਲੋ ਜਿਹੜਾ ਕੁਛ ਮਰਜ਼ੀ, ਜਾਂ ਸਾਈਡ ਤੇ ਕੁਛ ਹੋਰ ਹੋਈ ਚੱਲੂ, ਚੇਲੇ ਬਾਲ ਕੇ ਲਾ ਦਾਂਗੇ, ਕੋਈ ਆਹ ਕਰ ਲੂ, ਕੋਈ ਆਹ ਕਰ ਲੂ, ਕੋਈ ਆਹ ਕਰ ਲੂ। ਇਸ ਤਰ੍ਹਾਂ ਨਹੀਂ ਹੈ। ਫਿਰ ਜੇ ਉਹ ਰਾਜਨੀਤੀ ਆ, ਫਿਰ ਉਹ ਪੂਰੀ ਐਨ ਸਿਰੇ ਦੀ ਰਾਜਨੀਤੀ ਆ ਵੀ ਇਹ ਵੀ ਰੱਖਾਂਗੇ, ਪੈਸੇ ਵੀ ਰੱਖਾਂਗੇ, ਦੋਨੇ ਹੀ ਰੱਖਾਂਗੇ। ਉਹ
फिर हौमे की राजनीति है, वो सेवा की राजनीति नहीं है। बहुत मुकद्दस बहुत किस्मत वाले इंसान ने जिहड़े एडे बड़े लोगों के समूह नूं रिप्रजेंट कर रहे, चाहे कंस्टिट्यूएंसी अपने सूबे च, चाहे ऑटवा, चाहे सिटी च। ते फिर उत्थे पता होना चाहिए भी असीं किवें करदे हां, किवें हो सकदी है। वो शिद्दत है, जज्बात ने, वो तन दी चिंगियाड़ी है जिहड़ी कड़ाक कड़ाक चले। फिर ਉਹਦੇ ਵਿੱਚ बहुत अधिकार खेत्र तो बाहर चीज़ां होणियां, पर तुहाडी कचहरी च बंदा सच्चा होना चाहिए भी आप बैठा आ जाओ दसो। रादर 4 साल बाद डुगडगी बजाउंदा बंदा फिरे, उस नाल पहला नहीं, हर महीने जे 2 महीने गर्मी दे छੱਡ दो 10 मीटिंगां होईयां होण टाउन हाल दा भी दसो। ते उत्थे दस्सण दे नाल सिद्धे राह पाउण वाले बहुत दिमाग बैठे ने, जिहड़े बंदे दफ्तर च बैठे MP MLA तो बहुत ज्यादा क्रेडिबल ने, पर उन्हां दी ब्रेक नहीं है विचारियां नूं, उन्हां ते बड़ नहीं होना। उहदे गल ये सौखा नहीं है काम। लख $1.5 $1.5 कैंपेन लिए इकट्ठा करना, लोगों तो $500 मंगना है, बहुत औखा काम है। घरों तुरना पैंदा, $25-30-40,000 ला के लोग तुरते ने पहला करके इकट्ठा। जिहड़ा स्थापित है, जिहड़ा बनया होया है, उन्हें तो सद लेने ने किसी बैंकुट हाल च, फ्री खवा के टंगा उथों ले लेने ने पैसे, चले जाने ने। बहुत जिहदे कोल दफ्तर है नहीं, उन्होंने बहुत चैलेंज है, साइन नहीं लगते लोगों तो, कैंपेन ऑफिस तो बिना कैंपेन चल रही है, किवें रन करोगे तुसीं? ये जिहड़ा पाड़ा है, इनू थाएं लियाउण दे लई उन्होंने काम करना पड़ा है। और ये है भी पाड़ा जिथे साडी बहुतात आ उत्थे ही है, जिथे सारे अपनी अपनी गड्डी च ऐ तुरे फिरदे, उन्होंने कोई फिक्र नहीं, उत्थे तिन्ने चारे बराबर दे। जिथे पैसा वाला दिखाउंदा बंदा भी मेरी धाक आ डॉलरां खातर, मेरे यार पैसे वाले ने, उत्थे फिर वो कड़ भन्नना बहुत औखा है। उत्थे फिर सिर्फ एक्सपीरियंस से हुंदा है, जां फिर अलग अलग तजर्बे हुंदे ने, ऐ कर लीए, इत्थों कर लीए, उत्थों कर लीए, इत्थों कर लीए। ते पार्टियां जिहड़ियां एक ने, जिहड़ियां सूबे दे ते उपरों पार्टियां एक ने, जद ओहदे रिप्रजेंटेटिव इलैक्टेड रिप्रजेंटेटिव ने, वो रल के वो कैंडीडेट नाल नहीं काम करनगे, छल कपट करनगे, जिन्हां दा भेजा है स्टाफ साडी कैंपेन चों चोरी करके लै जू समान, उत्थों वो बंदे नूं तुसीं कित्थों जिता दोगे? दफ्तर च फोटोआं ला लियां ते गल्लां कर लियां ते अखबारां च लिखवा लिया ते टब्बर दे जीआं ने लिखता, इहदे नाल राजनीति हुंदी है। अगे भी मैं कहा, अज भी कहा, जिन्हां दा आपस विच एक पार्टी ते हुंदा धड़ेबाजी, दूजे नूं बंदा थल्ले सिੱਟਦਾ है, वो तुहाडा की सवार दूगा यार? की भार दो ਉਹਦੇ ਤੋਂ ਜਿਹੜਾ अपने कुलीग नाल, सेम पार्टी दे कुलीग दे नाल वफा नहीं करता, ਜਾਂ अपनी पार्टी नाल वफा नहीं करता, ਇਹੋ ਜਿਹਾ समझौता करी बैठा जिहदे च चोरी यारी ठगी सब कुछ लुकिया होया, वरियां तो लुकिया होया, उत्थों की भालदे हो? चोचले ने, झूठ है। जिहड़ी एरिया चों एक पार्टी जित्ती हुई है, उस जगह तो दूजे उस पार्टी का उम्मीदवार हार किवें जाऊगा? मैनूं दसो किवें हार? 2 पार्टी हुण गल एक NDP है, NDP एक कंस्टिट्यूएंसी है MP दी, ਉਹਦੇ ਵਿੱਚ 3-3 ਆਉਂਦੇ ਨੇ MLA, ਉਹ 3-3 MLA ਇੱਕੋ ਹੀ ਪਾਰਟੀ ਦੇ ਹੋਣ, उस कंस्टिट्यूएंसी चो MP उस पार्टी का क्यों हार जाता बई? जे 2 अलग अलग होवे कहानी, फिर मैं मन सकता भी 2 पार्टियां ने अलग, देखो जी फैडरल एक है प्रोविंशियल एक, फिर उतो की आ यारियां ने इकट्ठियां, फिर और तो कुछ नहीं है। नैक्सस है जिहड़ा एन फिट किया होया, और नैक्सस का पैर चोर तो पहला चोर की नानी नूं फुंडो, पहला उन्होंने लियाओ थले जिहड़े जिहड़े नैक्सस करके खराब करते, फिर कोई बंदा जित सकता। नहीं तो पा दो यूट्यूब से, कही चलो लोगों को फेसबुक से पा दो, मदद कर दो यदी, या सिंबॉलिक आ जाओ 10 घरां दी डोर नौकरी ते फोटो खिचाओ, चल मैं जाना हुण बस। इस तरह कैंपेन लड़ी जाती है। या किसी को घरे बैठे नूं उठा लो, लिया जा तेनों MP बनाई, मुड़ के लभो ही ना उत्थे, इस तरह कैंपेन लड़ी जाती है। इस तरह नहीं लड़ी जाती। हुण गैदरिंग होणियां ने, उत्थे मैं भी आऊं, काहदे लिए आऊंगे तुसीं? जां तुसीं काम ही नहीं कीता उस कंस्टिट्यूएंसी लिए, तुसीं क्यों जाओगे उत्थे?
तो ये ਜਿਹੜੇ ਇਸ਼ੂਜ਼ ਨੇ ਅੱਜ ਮੈਂ ਪਹਿਲੇ ਪ੍ਰੋਗਰਾਮ ਦੇ ਵਿੱਚ ਪੀਪਲਜ਼ ਪਾਰਟੀ ਦੇ ਇੱਕ ਉਮੀਦਵਾਰ ਬੜਿੰਗੋੜਾ ਨਾਲ ਗੱਲਬਾਤ ਕੀਤੀ। ਗੱਲਾਂ ਬਹੁਤ ਸਹੀ ਨੇ ਮੈਕਸਿਮਮ ਬਰਨੀਆਂ ਦੀਆਂ ਵੀ ਦੇਸ਼ ਚੱਲਿਆ ਕਿੱਧਰ ਨੂੰ, ਪਰ ਉਹ ਫਿੱਟ ਨਹੀਂ ਬਹਿੰਦਾ ਕਿਉਂਕਿ ਸਥਾਪਤੀ ਜਿਹਦੀ ਹੋਗੀ ਦੋ ਪਾਰਟੀਆਂ ਉੱਪਰ CPC ਲਿਬਰਲ ਪਾਰਟੀ ਕੰਜ਼ਰਵੇਟਿਵ ਪਾਰਟੀ 32%, 31%, 28%, 30%, 20% ਤੇ NDP ਹਰੇਕ ਵਾਰ ਗ੍ਰਾਫ 20, 19.5, 21, 20, 19.5, 21, 20 ਬਸ। ਹਫ਼ਤਾ ਪਹਿਲਾਂ ਪਾਰਟੀ ਕਹਿਣ ਲੱਗ ਜਾਂਦੀ ਹੈ ਤੁਸੀਂ ਕਿੰਗ ਮੇਕਰ ਹੋ, ਤੁਸੀਂ ਕਹੋ ਵੀ ਦੇਖਾਂਗੇ ਸਮਾਂ ਜ਼ਿਆਦਾ ਆਊਗਾ, ਆ ਲੈਣ ਦੇ ਸੋਮਵਾਰ ਨੂੰ ਵੋਟਾਂ ਅਸੀਂ ਦੱਸਾਂਗੇ ਅਸੀਂ ਕਿਹਦੇ ਨਾਲ ਖੜਨਾ ਤੇ ਸਾਡੀਆਂ ਸ਼ਰਤਾਂ ਕੀ। ਪਹਿਲਾਂ ਹੀ ਵੀ ਵਿਲ ਗੋ ਫਾਰ ਲਿਬਰਲਸ, ਵੀ ਵਿਲ ਗੋ ਫਾਰ ਲਿਬਰਲਸ, ਜਿੱਤ ਲਓ ਫਿਰ ਕੀ ਭਰਦੇ ਹੋ ਉੱਥੋਂ ਤੁਸੀਂ। ਸ਼ਾਹਮਜੀਤ ਸਿੰਘ ਲਾਈਨ ਨੰਬਰ 2। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਬਹੁਤ ਵਧੀਆ ਤੁਸੀਂ ਜੋ ਗੱਲਾਂ ਬਾਤਾਂ ਕਰ ਰਹੇ ਹੋ, ਸਹਿਮਤ ਹਾਂ ਤੁਹਾਡੇ ਨਾਲ ਇਸ ਗੱਲ ਨਾਲ। ਤੇ ਔਰ ਮੈਂ ਖਾਸ ਗੱਲ ਇਹੀ ਕਹਿਣੀ ਸੀਗੀ ਵੀ ਇੱਕ ਤਾਂ ਸਵੇਰੇ ਤੁਸੀਂ ਜਿਹੜਾ ਮੁੰਡਾ ਹੁੰਦਲ ਆਇਆ ਸੀਗਾ ਉਹਨੇ ਬਹੁਤ ਵਧੀਆ ਕਮਾਲ ਦੀਆਂ ਗੱਲਾਂ ਕੀਤੀਆਂ, ਤੇ ਦੂਸਰੀ ਜਿਹੜੀ ਉਹ ਲੜਕੀ ਦੀ ਗੱਲ ਕੀਤੀ ਹੈ ਪ੍ਰਵੀਨ ਹੁੰਦਲ, ਔਰ ਸਾਡੇ ਲੋਕਾਂ ਦੀ ਮੇਰੇ ਹਿਸਾਬ ਨਾਲ ਗਲਤੀ ਹੋਊਗੀ ਜੇ ਅਜਿਹੇ ਕੈਂਡੀਡੇਟ ਦੀ ਅਸੀਂ ਮਦਦ ਨਹੀਂ ਕਰਦੇ। ਉਹਦੀ ਹਿੰਮਤ, ਉਹਦੀ ਦਾਦ, ਔਰ ਮੈਂ ਇੱਕ ਚੈਨਲ ਤੋਂ ਬੋਲਦੇ ਸੁਣਿਆ ਉਹਨੇ ਕਮਾਲ ਕਰ ਦਿੱਤੀ। ਤਾਂ ਮੇਰਾ ਉਦੋਂ ਹੀ ਮਨ ਬਣ ਗਿਆ ਸੀਗਾ ਸਾਡੀਆਂ 2 ਵੋਟਾਂ ਵੀ ਭਾਵੇਂ ਹਾਰੇ ਜਿੱਤੇ ਕੁਛ ਹੋਵੇ ਪਰ ਇਹ ਲੜਕੀ ਦਾ ਹੌਸਲਾ ਜ਼ਰੂਰ ਵਧਾਉਣਾ ਚਾਹੀਦਾ, ਵੋਟ ਇਸੇ ਨੂੰ ਪਾਵਾਂਗੇ। ਨਹੀਂ ਬਾਈ ਜੀ ਇੱਕ ਹੋਰ ਆ ਅਮਰਜੀਤ ਜੀ, ਬਾਈ ਜੀ ਇੱਕ ਹੋਰ ਇਸ਼ੂ ਹੈ। ਗੱਲ ਮੇਰੇ ਕਹਿਣ ਦੀ ਇਹ ਆ ਵੀ ਸਥਾਪਤੀ ਨੂੰ ਤਾਂ ਚੈਲੰਜ ਕੀਤਾ ਸਾਡੀ ਕੌਮ ਨੇ ਸਦਾ ਹੀ। ਜ਼ਖਰੀਏ ਨਾਲ ਸਾਡਾ ਕੀ ਰੌਲਾ ਸੀ, ਅਬਦਾਲੀ ਨਾਲ ਕੀ ਰੌਲਾ ਸੀ, ਅਸੀਂ ਕਿਹਾ ਨਹੀਂ ਤੇਰੀ ਨਹੀਂ ਅਸੀਂ ਮੰਨਦੇ। ਬਾਬਰ ਨਾਲ ਪਹਿਲੇ ਪਾਤਸ਼ਾਹ ਦਾ ਰੌਲਾ ਹੀ ਕੋਈ ਨਹੀਂ ਸੀ। ਤੁਸੀਂ ਸਥਾਪਤੀ ਨੂੰ ਸਲੂਟ ਕਰੀ ਜਾਂਦੇ ਹੋ। ਉਹ ਜਦ ਕੋਈ ਬੱਚਾ ਜਿਹੜਾ ਉਹ ਕਰੇਜ ਤਾਂ ਉਹਦਾ ਦੇਖੀਏ ਆਪਾਂ, ਉਹ ਧੀ ਧਿਆਨੀ ਚਾਹੇ ਸਾਡੀ। ਮੈਂ ਚਾਹੇ ਇਸ ਜਗ੍ਹਾ ਤੋਂ ਬੈਠ ਕੇ ਇਹ ਨਹੀਂ ਕਹਿ ਸਕਦਾ ਵੀ ਉਹਨੂੰ ਹੀ ਵੋਟ ਪਾਓ, ਪਰ ਮੈਂ ਗੱਲ ਜਦ ਮੈਂ ਐਨਾਲਿਸਿਸ ਕਰਦਾ ਉਮੀਦਵਾਰਾਂ ਦਾ ਐਨਾਲਿਸਿਸ ਤਾਂ ਦੇਖੋ ਤੁਸੀਂ। ਬਿਲਕੁਲ ਜੀ, ਉਹਨੇ ਮੈਂ ਕਮਾਲ ਮੰਨ ਗਿਆ ਉਹ ਲੜਕੀ ਦੀ, ਉਹਦੀ ਬੋਲਣ ਦਾ, ਉਹਦੀਆਂ ਗੱਲਾਂ ਦੀ ਸੋਚ ਦਾ, ਉਹਦੀ ਢੰਗਾਈ ਨੂੰ ਮੈਂ ਹੈਰਾਨ ਮੰਨ ਗਿਆ ਵੀ ਇਸ ਉਮਰ ਦੇ ਵਿੱਚ ਉਹ ਇੰਨਾ ਸੋਚਦੀ ਆ। ਬਿਲਕੁਲ ਬਿਲਕੁਲ, ਬਹੁਤ ਵਧੀਆ। ਸਾਨੂੰ ਸਾਥ ਦੇਣਾ ਚਾਹੀਦਾ ਜੇ ਅਸੀਂ ਚਾਹੁੰਦੇ ਨਵਾਂ ਸਾਡਾ ਭਵਿੱਖ ਰੋਸ਼ਨ ਹੋਵੇ, ਤਾਂ ਘੱਟੋ ਘੱਟ ਸਾਨੂੰ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਨਹੀਂ ਤਾਂ ਉਹੀ ਕੁਛ ਅਸੀਂ ਜੋ ਉੱਥੇ ਛੱਡ ਕੇ ਆਏ ਆ ਤੁਹਾਡੀ ਗੱਲ ਕਹਿਣ ਮੁਤਾਬਕ ਉਹੀ ਕੁਛ ਅਸੀਂ ਉਹ ਫੇਰ ਤੁਰ ਪਏ ਆ। ਤੇ ਇਹਨਾਂ ਸਮਝ ਲਓ ਕਹਿਣ ਦੇ ਵੀ ਜਿਹੜੇ ਬਣੇ ਵੇ ਆ, ਸਾਬਤ ਹੋਏ ਆ, ਉਹਨਾਂ ਦੇ ਅਸੀਂ ਘਰ ਭਰ ਰਹੇ ਆ, ਨਾ ਕਿ ਅਸੀਂ ਆਹੀ ਝੂਠੇ ਲਈ ਉਹਨਾਂ ਦੇ ਅੱਗੇ ਖੜੇ ਆ। ਥੈਂਕ ਯੂ ਬਾਈ ਜੀ। ਅਮਰਜੀਤ, ਧੰਨਵਾਦ ਬਾਈ ਜੀ। ਤਾਂ ਕਰਮਜੀਤ ਸਿੰਘ ਲਾਈਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਗੱਲ ਸਾਹਿਬ ਜੀ ਸਤਿ ਸ਼੍ਰੀ ਅਕਾਲ। ਤੁਹਾਡੀਆਂ ਗੱਲਾਂ ਕਾਫੀ ਹੱਦ ਤੱਕ ਠੀਕ ਨਹੀਂ, ਪਰ ਸਿਟੀ ਦੀ ਇਲੈਕਸ਼ਨ ਵੇਲੇ ਮੁੱਦੇ ਹੋਰ ਹੁੰਦੇ ਆ, ਪ੍ਰੋਵਿੰਸ਼ਲ ਵੇਲੇ ਹੋਰ ਹੁੰਦੇ ਆ, ਫੈਡਰਲ ਵੇਲੇ ਹੋਰ ਹੁੰਦੇ ਆ। ਲੋਕ ਵੱਖਰੇ ਵੱਖਰੇ ਢੰਗ ਨਾਲ ਵੋਟ ਪਾਉਂਦੇ ਆ। ਜ਼ਰੂਰੀ ਨਹੀਂ ਵੀ ਜਿਵੇਂ ਸਿਟੀ 'ਚ ਵੋਟ ਪਾਈ ਆ ਉਵੇਂ ਪ੍ਰੋਵਿੰਸ਼ਲ ਵੀ ਪੈ ਜੇ, ਜਿਵੇਂ ਪ੍ਰੋਵਿੰਸ਼ਲ ਪਾਈ ਆ ਉਵੇਂ ਫੈਡਰਲ ਵੀ ਪੈ ਜੇ। ਇਹ ਕੋਈ ਪੱਕਾ ਅਸੂਲ ਨਹੀਂ ਹੈ। ਇਹ ਕਹਿ ਦੇਣਾ ਵੀ 3 MLA ਸਾਡੇ NDP ਦੇ ਹੈਗੇ ਆ, MP ਕਿਉਂ ਨਹੀਂ ਬਣਦਾ। ਸੁਣਿਓ ਮੇਰੀ ਗੱਲ। ਪਾਰਟੀ ਜਿਹੜੀ ਜੇ ਇੱਕ ਪਾਰਟੀ ਹੈ, ਇੱਕ ਪਾਰਟੀ ਦਾ ਪਲੇਟਫਾਰਮ ਕੰਸਟੀਟਿਊਸ਼ਨ ਜਿਹੜਾ ਉਹ ਪ੍ਰੋਵਿੰਸ਼ਲੀ ਵੀ ਉਹੀ ਇਸ ਤਰ੍ਹਾਂ ਸੋਚਦੀ ਆ, ਫੈਡਰਲੀ ਵੀ ਉਹੀ ਇਸ ਤਰ੍ਹਾਂ ਸੋਚਦੀ। ਮੈਂ ਗੱਲ ਇੱਕ ਪਾਰਟੀ ਦੀ ਕਰਦਾ। ਜਿਵੇਂ NDP ਹੈ, NDP ਦੀ ਵਿਚਾਰਧਾਰਾ 'ਚ ਕੋਈ ਫਰਕ ਨਹੀਂ ਹੈ। ਜੇ ਉਹ ਯੂਨੀਅਨ ਦੇ ਹੱਕ 'ਚ ਆ, ਫੈਡਰਲੀ ਵੀ ਹੱਕ ਆ, ਲੋਕਾਂ ਦੀ ਵੀ ਹੱਕ ਆ। ਲੋਕਾਂ ਦੀ ਵਿਚਾਰਧਾਰਾ ਦੀ ਮੈਂ ਗੱਲ ਕਰਦਾ, ਲੋਕਾਂ ਦੀ ਵਿਚਾਰਧਾਰਾ ਕਰਦਾ, ਪਰ ਉਸ ਪਾਰਟੀ ਦੇ MLA ਤਾਂ ਹਿੱਕ ਡਾਹ ਕੇ ਖੜਨ ਨਾ MP ਦੇ ਨਾਲ, ਉਹਦੀ ਗੱਲ ਕਰ। ਲੋਕ ਤਾਂ ਫ੍ਰੀ ਨੇ ਨਾ ਵੋਟ ਪਾਉਣ ਲਈ, ਜਿਹਨੂੰ ਮਰਜ਼ੀ ਪਾ ਸਕਦੇ। ਨਹੀਂ ਲੋਕ ਫ੍ਰੀ ਨੇ, MLA ਦੇ ਖਰੀਦ ਨਹੀਂ ਗਏ ਹੋ ਬੰਦੇ। ਨਹੀਂ MLA ਦੇ ਖਰੀਦ ਨਹੀਂ, ਪਰ MLA ਤਾਂ ਓਪਨਲੀ ਆਉਣ ਨਾ ਫਿਰ MP ਦੇ ਨਾਲ। ਇਹ ਤਾਂ ਗੱਲ MLA ਆ ਜਾਣ ਠੀਕ ਆ, ਹਾਂ, ਪਰ ਚਲੋ ਨਹੀਂ ਹੈ ਗੱਲ। ਚਲੋ ਨਹੀਂ ਗੱਲ ਸਹੀ ਕਰੋ, ਜਿਹੜੀ ਗੱਲ ਸਹੀ ਕਹੋ। ਚਲੋ ਵਾਲੀ ਨਹੀਂ ਗੱਲ ਹੈ। ਜਿਹੜੇ ਤੁਸੀਂ ਕਦੇ ਆ ਕੇ ਮੱਤਾਂ ਦੇਣ ਆਉਨੇ ਹੋ ਨਾ, ਉਸ ਤਰ੍ਹਾਂ ਨਾ ਕਰਿਆ ਕਰੋ। ਚਲੋ ਦਾ ਕੀ ਮਤਲਬ ਹੈ? ਬੰਦੇ ਤਾਂ ਬਾਹਰ ਨਿਕਲਣ। ਬੰਦੇ ਜਦ ਬਾਹਰ ਨਹੀਂ ਨਿਕਲਦੇ, ਜਦ ਤੁਸੀਂ ਜੇ ਮੇਰੀ ਇੱਕ ਕੰਸਟੀਚੁਐਂਸੀ 'ਚ MLA ਆ, ਉਹਦੇ ਕੋਲ 10,000 ਵੋਟ ਨਾਲ ਜਿੱਤਿਆ, ਉਹ ਜੇ ਉਹ MP ਨਾਲ ਫਿਰੂਗਾ ਬਾਹਰ, ਉਹ 10,000 ਦੇ ਵਿੱਚੋਂ 7,000 ਸਹੀ, 5500 ਸਹੀ, ਤੇ ਉਹਦੇ ਨਾਲ MP ਬਣਦਾ 15,000 ਵੋਟਾਂ ਨਾਲ। ਜਦੋਂ ਨਿਕਲਦਾ ਹੀ ਨਹੀਂ, ਉਹਨੂੰ ਖੜਾ ਦਿੰਦੇ ਗੱਬੇ ਖੰਭੇ ਵਾਂਗੂ, ਤੇ ਮੁੜ ਕੇ ਆਉਂਦਾ ਹੀ ਨਹੀਂ ਬਾਹਰ। ਕਿਵੇਂ ਜਿੱਤੂ ਉਹ? ਇਹ ਬਿਲਕੁਲ ਠੀਕ ਆ। ਸੂਬੇ ਦੇ ਅਲੱਗ ਨੇ,
ਫੈਡਰਲ ਦੇ ਇਸ਼ੂ ਅਲੱਗ ਨੇ। ਮੈਂ ਪਾਰਟੀ ਵਿਚਾਰਧਾਰਾ ਕਰਦਾ। ਐਨਡੀਪੀ ਦੀ ਵਿਚਾਰਧਾਰਾ ਪ੍ਰੋਵਿੰਸ਼ਲੀ ਜਾਂ ਫੈਡਰਲੀ ਅਲੱਗ ਨਹੀਂ ਹੈ, ਉਹ ਇੱਕੋ ਹੀ ਹੈ। ਨਹੀਂ ਤਾਂ ਫਿਰ ਇੱਕ ਦੂਜੇ ਦੀ ਸਟੇਜ ਕਾਹਦੇ ਲਈ ਸਾਂਝੀ ਕਰਦੇ ਆ? ਜੌਨ ਹਾਰਗਨ ਪਿਛਲੀ ਵਾਰ ਜਗਮੀਤ ਨਾਲ ਕਿੱਡਾ ਵੱਡਾ ਇਕੱਠ ਸੀ ਵਿਕਟੋਰੀਆ 'ਚ, ਫਿਰ ਕਰਨੀ ਨਹੀਂ ਚਾਹੀਦੀ। ਵਿਚਾਰਧਾਰਾ ਜੇ ਅਲੱਗ ਆ, ਸੂਬੇ ਦਾ ਮੁੱਖ ਮੰਤਰੀ ਕਿਉਂ ਖੜਾ ਫਿਰ ਫੈਡਰਲ ਲੀਡਰ ਦੇ ਨਾਲ? ਪਾਰਟੀ ਦੀ ਵਿਚਾਰਧਾਰਾ ਇੱਕ ਹੈ, ਖੜਾ ਕੇ ਬੰਦੇ ਨੂੰ ਉਹਦੇ ਨਾਲ ਉਸ ਕੰਸਟੀਚੁਐਂਸੀ 'ਚ ਇੱਕ ਐਮਪੀ ਦੀ ਕੰਸਟੀਚੁਐਂਸੀ 'ਚ 3-3 ਐਮਐਲਏ ਨੇ ਨਿਕਲਣ ਬਾਹਰ। ਹੁਣ ਤੁਰਨ ਡੋਰ ਟੂ ਡੋਰ ਮਹੀਨਾ ਕੀ ਕਰਦੇ ਨੇ ਉਹ? ਉਹਨਾਂ ਦੀ ਸ਼ਕਲ ਦੇਖ ਕੇ ਲੋਕ ਜਿਹੜੀ ਉਸ ਕੰਸਟੀਚੁਐਂਸੀ ਜਿਨ੍ਹਾਂ ਨੇ ਉਹਨੂੰ ਵੋਟ ਪਾਓ ਉਹ ਕਹਿਣਗੇ ਵੀ ਸਾਡਾ ਬੰਦਾ ਨਾਲ ਫਿਰਦਾ, ਵੀ ਵੋਟ ਪਾਓ। ਚਾਂਡੀ ਜੀ ਲਾਈਨ ਨੰਬਰ 2 ਤੁਸੀਂ 에ਅਰ ਤੇ ਹੋ। All circuits are busy now. ਸੁਰਿੰਦਰ ਸਿੰਘ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੈਸੇ ਪੁੱਛਣਾ ਚਾਹੁੰਦਾ ਸੀ ਵੀ ਜਿਹੜੇ ਵੀ ਨਵੇਂ ਕੈਂਡੀਡੇਟ ਆਏ ਨਾ, ਯੰਗਸਟਰ, ਆਪਾਂ ਕਹਿੰਦੇ ਵੀ ਆਉਣੇ ਚਾਹੀਦੇ ਆ, ਚੰਗੀ ਗੱਲ ਆ। ਮੇਨ ਉਹਨਾਂ ਨੂੰ ਸਵਾਲ ਤੁਸੀਂ ਵੀ ਵੈਸੇ ਟਰਾਈ ਕੀਤੀ, ਜੇ ਅਸੀਂ ਪੁੱਛਦੇ ਤਾਂ ਚੰਗਾ ਹੁੰਦਾ ਕਿ ਤੁਸੀਂ ਐਨਡੀਪੀ ਜਾਂ ਲਿਬਰਲ ਜਾਂ ਕੰਜ਼ਰਵੇਟਿਵ ਕਿਉਂ ਜੁਆਇਨ ਕੀਤੀ? ਬੀਇੰਗ ਏ ਯੰਗਸਟਰ ਤੁਹਾਨੂੰ ਕੀ ਇਹਦੇ ਵਿੱਚ ਵਧੀਆ ਲੱਗਿਆ? ਉਹ ਕੋਈ ਚੱਜ ਨਾਲ ਸਮਝਾ ਨਹੀਂ ਸਕਿਆ। ਉਹਨਾਂ ਨੇ ਗੱਲ ਕੀ ਕੀਤੀ, ਜਿਵੇਂ ਹੁਣ ਭਾਈ ਸਾਹਿਬ ਕਹਿ ਗਏ ਵੀ ਉੱਪਰਲੇ ਫੈਡਰਲ ਦੇ ਇਸ਼ੂ ਹੋਰ ਹੁੰਦੇ ਆ, ਥੱਲੇ ਪ੍ਰੋਵਿੰਸ਼ੀਅਲ ਦੇ ਹੋਰ ਹੁੰਦੇ ਆ। ਕੌਣ ਕਹਿੰਦਾ ਹੋਰ ਹੁੰਦੇ ਆ? ਉਹ ਸਿਰਫ ਕਿਤਾਬਾਂ 'ਚ ਹੁੰਦੇ ਆ। ਐਮਐਲਏ ਨੂੰ ਸੱਦ ਲਓ ਰੇਡੀਓ ਤੇ, ਐਮਪੀ ਨੂੰ ਸੱਦ ਲਓ ਰੇਡੀਓ ਤੇ, 4 ਗੱਲਾਂ ਰਟੀਆਂ ਰਟਾਈਆਂ ਉਹੀ ਅੱਜ ਵਾਲੇ ਕੈਂਡੀਡੇਟ ਵੀ ਬੋਲ ਕੇ ਗਏ ਨੇ। ਕਮਿਊਨਿਟੀ ਦੇ ਇਸ਼ੂ, ਇਮੀਗ੍ਰੇਸ਼ਨ ਦੇ ਇਸ਼ੂ, ਗੈਂਗ ਵਾਇਲੈਂਸ ਦੇ ਇਸ਼ੂ, ਨਸ਼ੇ ਦੇ ਇਸ਼ੂ। ਤੇ ਜੇ ਉੱਪਰਲੀ ਸਰਕਾਰ ਤੇ ਥੱਲੇ ਸਰਕਾਰ 'ਚ ਫਰਕ ਆ, ਫਿਰ ਇਹਨਾਂ ਦੇ ਇਸ਼ੂਆਂ 'ਚ ਕਿਉਂ ਨਹੀਂ ਫਰਕ ਪੈ ਰਿਹਾ? ਤੁਸੀਂ ਰੇਡੀਓ ਦੀਆਂ ਜਿੰਨੀਆਂ ਰਿਕਾਰਡਿੰਗਾਂ ਕੱਢ ਕੇ ਦੇਖ ਲਓ, 10 ਸਾਲਾਂ ਦੀਆਂ, 15-20 ਦੀਆਂ, ਉਹੀ ਇਸ਼ੂ ਬੋਲਣਗੇ ਐਮਐਲਏ ਹਲਕੇ ਦੇ, ਉਹੀ ਇਸ਼ੂ ਬੋਲੂ ਐਮਪੀ। ਫਿਰ ਉੱਥੇ ਕਿਉਂ ਇਸ਼ੂ ਇੱਕ ਦੂਜੇ ਨਾਲ ਭਿੜ ਜਾਂਦੇ ਆ? ਠੀਕ ਆ ਨਾ? ਇਹ ਕਿਵੇਂ ਆਪਾਂ ਨੂੰ ਬਸ ਗੱਲ ਇਹ ਆ ਵੀ ਵਿਜ਼ਨ ਕਿਸੇ ਕੋਲ ਨਹੀਂ ਹੈਗਾ। ਕੋਈ ਨਵਾਂ ਕੈਂਡੀਡੇਟ ਲਿਆਓ, ਉਹਨੇ ਇੱਕੋ ਗੱਲ ਕਰਨੀ ਆ, ਮੇਰੀ ਕਮਿਊਨਿਟੀ ਦੇ ਇਸ਼ੂ। ਯਾਰ ਕਮਿਊਨਿਟੀ ਦੇ ਇਸ਼ੂ ਲਈ ਤਾਂ ਛੋਟੀਆਂ ਸੰਸਥਾਵਾਂ ਕਿੰਨਾ ਕੁਛ ਬਣਿਆ ਹੋਇਆ, ਜਿਨ੍ਹਾਂ ਨੇ ਤੁਹਾਨੂੰ ਦੱਸਣੀਆਂ। ਤੁਸੀਂ ਕਹਾਂ ਪਾਲਿਸੀਆਂ ਤੇ ਕੰਮ ਕਰਨਾ, ਨਾ ਕਿ ਤੁਸੀਂ ਲੋਕਾਂ ਦੇ ਘਰਾਂ 'ਚ ਬੈਠ ਕੇ ਘਰਾਂ ਦੇ ਵਿੱਚ ਵੜਨਾ ਵਾ। ਧੰਨਵਾਦ ਜੀ। ਨਹੀਂ, ਨਾਲੇ ਇੰਟੀਗ੍ਰੇਟਡ ਨੇ ਜੀ ਸਾਰੀਆਂ ਚੀਜ਼ਾਂ। ਫੈਡਰਲ ਦੇ ਕੋਲ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦਾ ਕੰਟਰੋਲ ਹੈ, ਸੂਬੇ ਦੇ ਕੋਲ ਉਹਨਾਂ ਦਾ ਕੰਟਰੋਲ ਹੈ, ਪਰ ਇਵੈਂਚੁਅਲੀ ਦੋਨੇ ਰਲ ਕੇ ਹੀ ਕਮਿਊਨਿਟੀ ਦੇ ਵਿੱਚ ਆਉਂਦੇ ਆ। ਹੁਣ ਡਿਫੈਂਸ ਹੈ, ਆਰਸੀਐਮਪੀ ਹੈ, ਪਬਲਿਕ ਸੇਫਟੀ ਹੈ, ਸੋਲਿਸਿਟਰ ਜਨਰਲ ਨੇ, ਅਟਾਰਨੀ ਜਨਰਲ ਨੇ, ਉਹ ਕਾਹਦੇ ਨਹੀਂ ਨੇ? ਉਹ ਸਾਰੀਆਂ ਚੀਜ਼ਾਂ ਰਲ ਕੇ ਹੀ ਇੱਕ ਕਮਿਊਨਿਟੀ 'ਚ ਆਉਂਦੀਆਂ ਨੇ। ਕਿਵੇਂ ਛੱਡ ਕੇ ਬਹਿ ਜਾਏ ਉਹ ਗੋਲੀ ਚੱਲੀ ਆ? ਨਹੀਂ, ਸੂਬੇ ਦੇ ਆਏ ਤਾਂ ਇਹ ਸੂਬੇ ਵਾਲਾ ਨਹੀਂ, ਇਹ ਫੈਡਰਲ ਦਾ। ਟਨ ਫੀਮ ਫੜ ਲਈ, ਉਹ ਕੋਈ ਉਹਨਾਂ ਦਾ ਅਸੀਂ ਨਹੀਂ ਹੱਥ ਲਾ ਸਕਦੇ। ਇਹ ਤਾਂ ਮਿਨਿਸਟਰ ਜਿਹੜਾ ਉੱਪਰ ਫੈਡਰਲ ਹੈ ਪਬਲਿਕ ਸੇਫਟੀ ਦਾ, ਉਹ ਗੱਲ ਕਰੋ। ਇਹ ਪੋਰਟਸ ਜਿਹੜੀਆਂ ਨੇ ਉਹ ਫੈਡਰਲ ਦੇ ਅੰਡਰ ਆਉਂਦੀਆਂ, ਉਹ ਆਊਗਾ। ਕਮਾਲ ਕਰਤੀ। ਇਸ ਤਰ੍ਹਾਂ ਨਹੀਂ ਹੈ। ਚਲੋ ਜੇ ਇਹ ਵੀ ਹੈ, ਪਰ ਇਵੈਂਚੁਅਲੀ ਕਰਨੀ ਤਾਂ ਕਮਿਊਨਿਟੀ ਹੈ ਨਾ ਸਰਵ। ਇੱਕ ਪਾਰਟੀ ਇਕੱਠੀ, ਇੱਕ ਪਾਰਟੀ ਜਿਹੜੀ ਸੂਬੇ ਤੋਂ ਲੈ ਕੇ ਫੈਡਰਲ ਤੇ ਇੱਕ 2 ਟੀਅਰ ਸਿਸਟਮ ਹੋ ਸਕਦਾ ਪ੍ਰੋਵਿੰਸ਼ੀਅਲ ਰਨ ਕਰਨ ਲਈ, ਫੈਡਰਲ ਰਨ ਕਰਨ ਲਈ। ਪਰ ਪਾਲਿਸੀ 'ਚ ਫਰਕ ਨਹੀਂ ਹੈ। ਤਿੰਨੇ ਬੇਸਿਕ ਜਿਹੜਾ ਬੇਸ ਹੈ ਉਹ ਦੋਨੋਂ ਇੱਕ ਪਾਰਟੀ ਦਾ। ਜੇ ਐਨਡੀਪੀ ਦੀ ਅਸੀਂ ਗੱਲ ਕਰਦੇ ਹਾਂ, ਐਨਡੀਪੀ ਦਾ ਜਦ ਕੈਂਡੀਡੇਟ ਖੜਦਾ ਤਾਂ ਐਨਡੀਪੀ ਦੇ ਐਮਐਲਏ ਸੜਕ ਤੇ ਚਾਹੀਦੇ ਉਹਦੇ ਨਾਲ, ਕਿਉਂ ਨਹੀਂ ਆਉਂਦੇ? ਇਸ ਤਰ੍ਹਾਂ ਨਹੀਂ ਹੈ ਬਈ ਆਪਾਂ ਇਹਨੂੰ ਅਲੱਗ ਕਰ ਦਈਏ। ਬਈ ਮੈਂ ਇੱਕ ਸ਼ਹਿਰ ਦੇ ਵਿੱਚ ਕੋਈ ਸੜਕ ਇੱਕ ਸ਼ਹਿਰ ਦੀ ਵੀ ਹੋ ਸਕਦੀ ਹੈ, ਇੱਕ ਸੂਬੇ ਦੀ ਵੀ ਹੋ ਸਕਦੀ ਹੈ, ਇੱਕ ਸ਼ਹਿਰ ਦੇਸ਼ ਦੀ ਵੀ ਹੋ ਸਕਦੀ ਹੈ। ਸਰੀ ਦੇ ਕੋਲ ਦੀ ਹਾਈਵੇ 1 ਨਿਕਲਦਾ, ਉਹ ਦੇਸ਼ ਦੀ ਹੋ ਸਕਦੀ ਹੈ। ਕੋਈ ਜਿਹੜੀ ਸੂਬੇ ਦੀ ਸੜਕ ਹੋ ਸਕਦੀ, ਕੀ ਉਹ ਸੜਕ ਤੇ ਫਿਰ ਅਸੀਂ ਐ ਨਹੀਂ ਕਹੇ ਵੀ ਸ਼ਹਿਰ ਵਾਲੀ ਤੇ ਜਾਣਾ ਤਾਂ ਦੂਜੀ ਜਾਣਾ ਨਹੀਂ। ਸੇਖੋ ਸਾਹਿਬ ਮੈਨੂੰ ਨਾ ਫੋਨ ਕਰੋ, ਆਨ 에ਅਰ ਨੰਬਰ 1844 247 1550। ਕੁਲਵੀਰ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਵੇਂ ਆਪਾਂ ਇਹ ਮੁੱਦੇ ਜਿਹੜੇ ਆਹ ਗੰਨ ਦੇ ਫਲਾਣੇ ਤੇ ਬੜੇ ਇਹ ਤਾਂ ਚੱਲੀ ਜਾਂਦੇ, ਜਿਹੜੇ ਆਰਥਿਕ ਤੌਰ ਤੇ ਲੋਕਾਂ ਨੂੰ ਚਾਹੀਦੇ ਆ, ਕੋਈ ਮੈਡੀਕਲ ਦੀ ਸਹੂਲਤ, ਕੋਈ ਸਕੂਲਾਂ ਦੀ ਸਹੂਲਤ, ਕੋਈ ਅੱਖਾਂ ਦਾ ਜਿਹੜਾ ਮੈਡੀਕਲ ਆ, ਦੰਦਾਂ ਦਾ ਮੈਡੀਕਲ, ਇਹਦੇ ਏਜੰਡੇ ਤੇ ਕਿਸੇ ਨੇ ਨਹੀਂ ਗੱਲ ਕੀਤੀ ਇਹਨਾਂ ਬੜੀ ਖੁੱਲ ਕੇ ਵੀ ਹਾਂ ਇਹਨੂੰ ਅਸੀਂ ਮਾਫ ਕਰਾਂਗੇ ਜਾਂ ਇਹਨਾਂ ਲੋਕਾਂ ਲਈ ਹੋਰ ਵਧਾਵਾਂਗੇ। ਉਹ $500 ਬਜ਼ੁਰਗਾਂ ਨੂੰ ਹੋਰ ਦੇਵਾਂਗੇ ਜੀ,
$500 ਬਜ਼ੁਰਗਾਂ ਨੂੰ 500 ਨਾਲ ਕੀ ਬਣੂਗਾ? ਜਿਹੜੀ ਤੁਹਾਨੂੰ ਸਹੂਲਤ ਦੇਣੀ ਵਾਦੀ ਬਜ਼ੁਰਗਾਂ ਨੂੰ ਉਹ ਦਿਓ ਨਾ। ਹਰ ਇੱਕ ਬੰਦੇ ਨੂੰ ਜਿਹੜੀ ਇਨਕਮ ਲੋ ਇਨਕਮ ਵਾਲੇ ਨੂੰ ਉਹ ਸਹੂਲਤ ਹੋਣੀ ਚਾਹੀਦੀ, ਜਿਹੜੇ ਹਾਈ ਇਨਕਮ ਵਾਲੇ ਨੂੰ ਉਹਨੂੰ ਚਾਰਜ ਲੱਗਣੇ ਚਾਹੀਦੇ ਆ ਨਾ। ਕੋਈ ਤਰੀਕੇ ਨਾਲ ਤਾਂ ਕੋਈ ਗੱਲ ਚੱਲਣੀ ਚਾਹੀਦੀ ਆ, ਪਰ ਉਹ ਕੋਈ ਏਜੰਡਾ ਨਹੀਂ। ਅਸੀਂ ਜੀ ਇੱਥੇ ਇੱਕ ਬਣਾਵਾਂਗੇ, ਅਸੀਂ ਇੱਥੇ ਕਾਲਜ ਬਣਾਵਾਂਗੇ, ਫਲਾਨਾ ਬਣਾਵਾਂਗੇ, ਉਹਨਾਂ ਨੇ ਕਦੋਂ ਬਣਨਾ ਕਿ ਨਹੀਂ ਬਣਨਾ, ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਪਹਿਲਾਂ ਉਹ ਨਹੀਂ ਕਹੀ ਸ਼ੁਰੂ ਕਰਦੇ। ਕਮਿਊਨਿਟੀ ਲਈ ਮੈਡੀਕਲ ਦੀ ਲੋੜ ਹੈ ਪਹਿਲਾਂ, ਨਾ ਸਾਡੇ ਕੋਲ ਹਸਪੀਟਲ ਹੈ, ਨਾ ਸਾਡੇ ਕੋਲ ਕੋਈ ਚੰਗਾ ਇੱਥੇ ਹੈਗਾ ਸਟਾਫ ਹੈ ਨਾ। ਜਦੋਂ ਤੁਸੀਂ ਹਸਪੀਟਲ ਜਾਂਦੇ ਆ ਉਹਦੇ ਵਿੱਚ ਕਿੰਨਾ ਤੁਹਾਡਾ, ਉਹ ਵੀ ਫੈਡਰਲ ਦੇ ਅੰਦਰ ਆਉਂਦਾ, ਆਪਣੇ ਪ੍ਰੋਵਿੰਸ਼ਲ ਦੇ ਅੰਦਰ ਆਉਂਦਾ, ਕਿਸੇ ਦੇ ਵੀ ਅੰਦਰ ਆਉਂਦਾ ਨਾ। ਉਸ ਸਮੇਂ ਤੇ ਗੱਲ ਕਰਨੀ ਚਾਹੀਦੀ ਆ ਵੀ ਸਾਨੂੰ ਹੁਣ ਹਸਪੀਟਲ NDP ਕਹਿੰਦੇ ਬਣਾਵਾਂਗੇ, ਉਹ ਪਤਾ ਕਿੱਥੇ ਚਲੇ ਗਿਆ। ਕੋਈ ਨੀਂਹ ਪੱਥਰ ਕੁਝ ਨਹੀਂ ਹੈਗਾ। ਲੋਕਾਂ ਨੂੰ ਏਦਾਂ ਗੱਲੀ ਬਾਤੀ ਸਾਰੀ ਜਾਂਦੇ ਆ। ਅਸੀਂ ਹੁਣ ਮੈਡੀਕਲ ਕਾਲਜ ਬਣਾਉਣਾ ਸਰੀ ਸੈਂਟਰ ਦੇ ਵਿੱਚ, ਉਹ ਉੱਥੇ ਬੱਚੇ ਬਾਹਰੋਂ ਜਾਂਦੇ ਪੜ੍ਹਨ, ਉਹ ਸਰੀ 'ਚ ਪੜ੍ਹਨਗੇ। ਮੈਨੂੰ ਪਤਾ ਨਹੀਂ ਉਹ ਸਰੀ 'ਚ ਜਾਣੇ ਬਾਹਰ ਆ, ਪਤਾ ਨਹੀਂ ਕਿਹੜੇ ਬੰਦੇ ਪੜ੍ਹਨ, ਬੱਚੇ ਪੜ੍ਹਨ। ਯਾਨੀ ਸਾਡੀਆਂ ਫੋਟੋਆਂ ਯਾਨੀ ਉਹ ਲੱਗੀ ਜਾਣੀਆਂ ਜਿਹੜੀਆਂ ਤੁਸੀਂ ਟਗੈਦਰਿੰਗ ਦੀਆਂ, ਉਹ ਖਾਣ ਪੀਣ ਦੀਆਂ, ਉਹ ਉਨੀਆਂ ਕਿ ਦੇਖੀ ਚਲੋ। ਬਸ ਇੰਨਾ ਕੀ ਹੈਗਾ ਆਪਣੇ ਕੋਲ, ਹੋਰ ਕੁਝ ਨਹੀਂ ਹੈਗਾ। ਥੈਂਕ ਯੂ ਵੀਰ ਜੀ, ਥੈਂਕ ਯੂ, ਧੰਨਵਾਦ। ਜਗਤਾਰ ਸਿੰਘ ਜੀ 5। ਹਾਂਜੀ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਜਗਤਾਰ ਸਿੰਘ ਜੀ। ਹਾਂਜੀ, ਮੈਂ ਤਾਂ ਇਹ ਕਹੂੰਗਾ ਕਿ ਬਹੁਤ ਪਹਿਲਾਂ ਤਾਂ ਤੁਸੀਂ ਵਧੀਆ ਕੰਮ ਕਰ ਰਹੇ ਹੋ, ਕਾਫੀ ਜਾਗਰਤੀ ਲਿਆ ਰਹੇ ਹੋ, ਤੁਹਾਨੂੰ ਇਸ ਗੱਲ ਦੀ ਅਸੀਂ ਸ਼ਾਬਾਸ਼ ਵੀ ਦਿੰਦੇ ਆ। ਤੇ ਦੂਸਰੀ ਬੇਨਤੀ ਇਹ ਹੈਗੀ ਆ ਕਿ ਜਦੋਂ ਜਿਹੜੀ ਸਾਡੀ ਵੋਟ ਆ, ਪਹਿਲਾਂ ਤਾਂ ਬੜੀ ਮਹੱਤਵਪੂਰਨ ਨੇ, ਇਹਦਾ ਸਾਨੂੰ ਮਹੱਤਵ ਪਤਾ ਹੋਣਾ ਚਾਹੀਦਾ, ਔਰ ਇਸ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਤੇ ਵਰਤੋਂ ਠੀਕ ਢੰਗ ਨਾਲ ਕਰਨੀ ਚਾਹੀਦੀ ਆ। ਦੂਸਰੀ ਮੇਰੀ ਬੇਨਤੀ ਆ, ਭਾਵੇਂ ਮੈਂ ਪਾਰਟੀ ਕਿਸੇ ਵਿਚਾਰਧਾਰਾ ਨਾਲ ਬੱਝਾ ਵੀ ਹੋਵਾਂ, ਕੋਈ ਬੰਦਾ ਇੰਡੀਵਿਜੂਅਲੀ, ਸਾਨੂੰ ਪਾਰਟੀ ਵਿਚਾਰਧਾਰਾ ਨਾਲੋਂ ਕੈਂਡੀਡੇਟ ਦੀ ਮਹੱਤਤਾ ਬਾਰੇ ਬਹੁਤ ਸੁਚੇਤ ਹੋਣਾ ਚਾਹੀਦਾ। ਪਾਰਟੀ ਨਾਲੋਂ ਵੀ ਜਿਹੜਾ ਕੈਂਡੀਡੇਟ ਆ, ਜੇ ਤੁਹਾਡੀ ਆਪਦੀ ਮੇਰੀ ਨਿੱਜੀ ਪਾਰਟੀ ਫਾਰ ਐਗਜ਼ਾਮਪਲ ਮੈਂ ਲਿਬਰਲ ਨੂੰ ਸਪੋਰਟ ਕਰਦਾ, ਪਰ ਜੇ ਮੇਰੇ ਏਰੀਏ 'ਚ ਕੈਂਡੀਡੇਟ ਵਧੀਆ ਤਾਂ ਮੈਨੂੰ ਕੈਂਡੀਡੇਟ ਦੀ ਪ੍ਰੈਫਰੈਂਸ ਜਿਹੜੀ ਆ ਨਾ ਉਹ ਪਹਿਲਾਂ ਦੇਖਣੀ ਚਾਹੀਦੀ ਆ। ਜੇ ਮੇਰੇ ਆਪਣੇ ਕੈਂਡੀਡੇਟ ਨਾਲੋਂ ਦੂਸਰਾ ਕੈਂਡੀਡੇਟ ਜ਼ਿਆਦਾ ਵਧੀਆ ਕੰਮ ਕਰ ਸਕਦਾ ਤੇ ਮੈਨੂੰ ਉੱਥੋਂ ਝਿਜਕਣਾ ਨਹੀਂ ਚਾਹੀਦਾ। ਤੀਸਰਾ, ਜਿਹੜਾ ਕੈਂਡੀਡੇਟ ਖੜੇ ਵੀ ਹੁੰਦੇ ਆ ਹਰਜੀਤ ਸਿੰਘ ਜੀ ਇਲੈਕਸ਼ਨਾਂ ਦੇ ਵਿੱਚ, ਉਹਨਾਂ ਨੂੰ ਵੀ ਦੇਖਣਾ ਚਾਹੀਦਾ ਆ ਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਆ, ਕੀ ਪਾਰਟੀ ਦੇ ਵਿੱਚ 5-10 ਸਾਲ ਲਾਏ ਆ ਉਹਨੇ ਪਾਰਟੀ ਦੇ ਵਿੱਚ, ਕਿਸੇ ਵੀ ਪਾਰਟੀ 'ਚ ਆ, ਕੋਈ ਵੀ ਕਿਤੇ ਵੀ ਆ, ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਸਾਰਾ ਸਿਸਟਮ ਫੋਲੋ ਕਰਕੇ ਦੇਖ ਕੇ ਤਾਂ ਫਿਰ ਪਾਰਟੀ ਦੇ ਵਿੱਚ ਉਤਾਂਹ ਨੂੰ ਉੱਠਣਾ ਚਾਹੀਦਾ ਆ। ਤੇ ਕਈ ਵਾਰੀ ਸਾਡਾ ਸੂਤ ਐਵੇਂ ਹੀ ਲੱਗ ਜਾਂਦਾ ਕਿ ਸਾਨੂੰ ਉਹਦੀ ਵੈਲਿਊ ਵੀ ਨਹੀਂ ਹੁੰਦੀ। ਤੀਸਰੀ ਬੇਨਤੀ, ਜਿੱਦਾਂ ਤੁਸੀਂ ਵਿਚਾਰਧਾਰਾ ਦੀ ਗੱਲ ਕੀਤੀ ਆ, MLA ਜੀ MP ਨਹੀਂ ਖੜਦੇ, ਉੱਥੇ ਫਿਰ ਤੁਹਾਡੀ ਨਿੱਜੀ ਵਿਚਾਰਧਾਰਾ ਦੀ ਪ੍ਰੈਫਰੈਂਸ ਹਰਜੀਤ ਸਿੰਘ ਪਹਿਲਾਂ ਆ ਜਾਂਦੀ ਕਿ ਤੁਸੀਂ ਲੈਫਟਿਸਟ ਆ, ਤੁਸੀਂ ਰਾਈਟਸ ਆ, ਫਿਰ ਉਹ ਦੇਖਦੇ ਆ ਕਿ ਤੁਸੀਂ, ਮੈਨੂੰ ਕਹਿਣ 'ਚ ਗਰੇਜ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਕਿਹੜੇ ਇਲਾਕੇ 'ਚੋਂ ਆ, ਪੰਜਾਬ ਦੇ ਕਿਹੜੇ ਇਲਾਕੇ 'ਚੋਂ ਨਹੀਂ, ਜੇ ਤੁਸੀਂ ਪੰਜਾਬੀ MLA ਜਾਂ MP ਆ, ਹੈਗੇ ਨਹੀਂ। ਫਿਰ ਉਹ ਜਿਹੜੇ ਕਈ ਵਾਰੀ ਲਿਬਰਲ MP ਰਾਤ ਨੂੰ ਇਕੱਠੇ ਬਹਿ ਜਾਂਦੇ ਆ, NDP MP ਨਾਲ ਤੇ NDP ਵਾਲੇ ਲਿਬਰਲ ਨਾਲ ਵੀ ਬਹਿ ਜਾਂਦੇ ਆ ਇਕੱਠੇ ਰਾਤ ਨੂੰ, ਉਹ ਫਿਰ ਆਪੋ ਆਪਣੇ ਨਫੇ ਨੁਕਸਾਨ ਆਪੋ ਆਪਣੇ ਏਰੀਏ 'ਚ ਸੋਚਣ ਲੱਗ ਪੈਂਦੇ ਆ। ਸ਼ਾਇਦ ਐਕਸਪੀਰੀਅੰਸ ਤੁਹਾਨੂੰ ਵੀ ਹੋਇਆ। ਸੋ ਇਸ ਕਰਕੇ ਮੈਂ ਤਾਂ ਕਹਿੰਦਾ ਹੈਗਾ ਵੀ ਪਾਰਟੀਆਂ ਦੇ, ਜੇ ਤਾਂ ਤੇਰੀ ਵਿਚਾਰਧਾਰਾ ਖੜਕਮੀ ਹੈਗੀ ਆ, ਤੇਰੀ ਵਿਚਾਰਧਾਰਾ ਆਜ਼ਾਦੀ ਦੀ ਸੋਚ ਨਾਲ ਹੈਗੀ ਆ, ਫਿਰ ਤੇਰੇ ਜਿਹੜੇ MLA ਆ ਤੇਰੇ ਨਾਲ ਭੱਜ ਜਾਣੇ ਆ, ਖੜਨੇ ਨਹੀਂ ਹੈ, ਫਿਰ ਉਹਦੀ ਹੋਰ ਪਾਸਾ ਦੇਖਣਾ ਹੈ। ਸੋ ਇਸ ਕਰਕੇ ਮੈਂ ਤਾਂ ਕਹਿੰਦਾ ਆ ਵੀ ਸਾਨੂੰ ਵੋਟ ਦਾ ਹੱਕ ਜ਼ਰੂਰ ਕਰਨਾ ਚਾਹੀਦਾ। ਤੇ ਦੂਸਰਾ, ਜਿਹੜਾ ਇੰਡੀਵਿਜੂਅਲੀ MP ਆਪਣਾ ਖੜਾ ਆ ਤੁਹਾਡੇ ਏਰੀਏ 'ਚ ਕੈਂਡੀਡੇਟ, ਉਹਦਾ ਮਹੱਤਵਪੂਰਨ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਵੀ ਉਹ ਕਾਬਲ ਉਹਨਾਂ 'ਚੋਂ ਤਿੰਨਾਂ ਚਾਹਾਂ 'ਚੋਂ ਕਿਹੜਾ ਹੈਗਾ ਆ। ਤੀਸਰਾ, ਜਿਹੜਾ ਇਸ ਵੇਲੇ 'ਚ ਮਾੜਾ ਮੋਟਾ ਡਰ ਆ ਉਹ ਮੀਡੀਆ ਦਾ ਹੈਗਾ, ਔਰ ਤੁਸੀਂ ਸਾਰੇ ਰੇਡੀਓ ਸਟੇਸ਼ਨ ਜਿੰਨੇ ਵੀ ਆ ਵਧੀਆ ਕੰਮ ਕਰ ਰਹੇ ਆ, ਕਿਉਂਕਿ ਕਮ ਸੇ ਕਮ ਜਿਹੜੀ ਆਵਾਜ਼ ਅਸੀਂ ਉਹਨਾਂ ਨਾਲ ਬੁਲੰਦ ਨਹੀਂ ਕਰ ਸਕਦੇ, ਉਹ ਤੁਹਾਡੇ ਰੇਡੀਓ ਦੇ ਥਾਂ ਮੀਡੀਆ ਦਾ ਸੋਸ਼ਲ ਮੀਡੀਆ ਹੈ ਉਹਦੇ ਥਰੂ ਜ਼ਰੂਰ ਕਰ ਸਕਦੇ ਆ। ਸੋ ਕੀਪ ਔਨ ਗੁੱਡ ਵਰਕ ਐਂਡ ਥੈਂਕ ਯੂ ਵੈਰੀ ਮਚ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਸੋ ਹਾਕਮ ਸਿੰਘ ਜੀ, ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਧਾਲੀਵਾਲ ਸਾਹਿਬ। ਧੰਨਵਾਦ ਜਗਤਾਰ ਸਿੰਘ ਦਾ, ਵੈਸੇ ਬਹੁਤ ਕੁਝ ਕਵਰ ਕਰ ਗਏ ਇਹ। ਮੈਂ ਤਾਂ ਇੱਕ ਡਿਮਾਂਡ ਰੱਖਣੀ ਚਾਹੁੰਦਾ, ਇਸ਼ੂ ਇੱਕ ਮੇਰਾ ਜੀ, ਜਿਹੜਾ ਕੈਨੇਡੀਅਨ ਬੋਰਨ ਨਹੀਂ ਹੈ, ਜਿਵੇਂ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਆਈਲੈਟ ਕਰਨੀ ਪੈਂਦੀ ਆ, 7 ਜਾਂ 8 ਪੁਆਇੰਟ ਲੈਣੇ ਪੈਂਦੇ ਆ,
ਪਹਿਲਾਂ ਉਹਨਾਂ ਦੇ ਜ਼ਰੂਰ ਉਹ ਆਈਲੈਟ ਕਰਨ ਤੇ 10 ਦੇ 10 ਨੰਬਰ ਲੈਣੇ ਹੋਣੇ ਚਾਹੀਦੇ ਆ, ਪਾਰਟੀ ਉਹਨੂੰ ਟਿਕਟ ਦੇਵੇ। ਕਿਉਂਕਿ ਜੇ ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਅੰਡਰਸਟੈਂਡ ਹੀ ਨਹੀਂ ਕਰਨਾ ਉਹਨੇ, ਤਾਂ ਫਿਰ ਉਹ ਸਾਡੇ ਖਾਤਰ ਬੋਲੂ ਕੌਣ, ਕਿਵੇਂ? ਦੂਸਰਾ, 2 ਇਲੈਕਸ਼ਨ ਹੋ ਗਈਆਂ, ਸੀਨੀਅਰਾਂ ਨੂੰ ਲਾਰਾ ਲਾਇਆ ਜਾਂਦਾ ਬਈ ਛੋਟੀ ਪੈਨਸ਼ਨ ਵਧਾਈ ਜਾਊਗੀ, ਔਰ ਮੈਨੂੰ $1035 ਪੈਨਸ਼ਨ ਮਿਲਦੇ ਆ, ਤੇ ਡਬਲ ਰੈਂਟ ਹੋ ਚੁੱਕਿਆ, ਡਬਲ ਪ੍ਰਾਈਸਾਂ ਗਰੋਸਰੀ ਦੀਆਂ ਹੋ ਚੁੱਕੀਆਂ, ਸਾਰੇ ਪਾਸਿਆਂ ਤੋਂ ਮਹਿੰਗਾਈ ਦੀ ਮਾਰ ਪੈ ਰਹੀ ਆ। ਤੇ ਮੈਂ ਇਹ ਸਾਡੇ ਇਲਾਕੇ ਦੇ MP ਨੂੰ ਵੀ ਕਿਹਾ ਸੀ, ਉਹਨੇ ਮੈਨੂੰ ਜਵਾਬ ਦਿੱਤਾ ਸੀ ਵੀ 75 ਸਾਲ ਤੋਂ ਇੰਨੇ ਹੋ ਜਾਣੇ ਆ। ਮੈਂ ਕਿਹਾ ਜਿਹੜੇ 65 ਤੋਂ 75 ਤੱਕ ਆ ਸੀ ਤੇ ਅਸੀਂ ਕਿਵੇਂ ਸਰਵਾਈਵ ਕਰੀਏ? ਮੈਨੂੰ ਇਹ ਆਨਸਰ ਦੇ ਦੇ। ਉਹਦੇ ਕੋਲ ਕੋਈ ਆਨਸਰ ਨਹੀਂ। ਸਾਨੂੰ ਜਿਹੜਾ ਨਾ, ਪਹਿਲਾਂ ਤਾਂ ਮੈਂ ਪੰਜਾਬੀ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ, ਪਹਿਲਾਂ ਤਾਂ ਇਹਨਾਂ ਗੱਲਾਂ ਤੋਂ ਉੱਠੋ ਵੀ ਇਹ MP ਮੇਰੇ ਇਲਾਕੇ ਦਾ ਵਾ, ਇਹ MP ਸਾਡੇ ਭੋਗ ਤੇ ਆਇਆ ਸੀ, ਸਾਡੇ ਸੰਸਕਾਰ ਤੇ ਆਇਆ ਸੀ। ਜਿੰਨਾ ਚਿਰ ਅਸੀਂ ਇਹਨਾਂ ਗੱਲਾਂ ਤੋਂ ਨਹੀਂ ਉੱਠਦੇ ਤਾਂ ਫਿਰ ਅਸੀਂ ਪੰਜਾਬ ਵਾਲਾ ਹਾਲ ਹੀ ਆਪਦਾ ਇੱਥੇ ਕਰ ਲੈਣਾ। ਤੇ ਇਹਨਾਂ ਗੱਲਾਂ ਤੋਂ ਪਹਿਲਾਂ ਜੀ ਆਪਾਂ ਸੁਚੇਤ ਹੋਈਏ ਤਾਂ ਬਹੁਤ ਵਧੀਆ ਗੱਲਾਂ। ਧੰਨਵਾਦ ਜੀ, ਸਮਾਂ ਦੇਣ ਦਾ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰ ਗੋਲਡੀ ਦਿਓਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਦੇਖੋ ਕੁਛ ਜਿਹੜੇ ਤਾਂ ਪਾਰਟੀਆਂ ਦੇ ਬੰਦੇ ਆ ਜਾਂ ਨੁਮਾਇੰਦੇ ਜਾਂ ਪੱਕਾ ਕੇਡਰ ਹੁੰਦਾ ਆ, ਜਿੱਦਾਂ ਉਹਨਾਂ ਤੋਂ ਤਾਂ ਚਲੋ ਮੈਂ ਬਾਹਲਾ ਨਹੀਂ, ਉਹਨਾਂ ਦਾ ਮੇਰਾ ਕੋਈ ਇਤਰਾਜ਼ ਹੈਗਾ, ਉਹਨਾਂ ਦਾ ਰਾਈਟ ਆ ਵੀ ਆਪਣੀ ਪਾਰਟੀ ਦੇ ਨਹੀਂ ਬੁਲਾਰੇ ਬਣਨਾ, ਕੋਈ ਪਾਰਟੀ ਦੀ ਕੈਂਡੀਡੇਟ ਦਾ ਵੀ ਆਪਣੇ ਹੱਕ 'ਚ ਕਰਨਾ। ਪਰ ਆਮ ਤੌਰ ਤੇ ਜਿਹੜੇ ਬੰਦੇ ਸਹਿਰਦੇ ਆ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਮੰਨ ਲਓ ਐਜ਼ ਹਿਊਮਨ ਬੀਇੰਗ ਬਹੁਤ ਔਖਾ ਦਿੰਦੇ ਆ ਵੀ ਆਪਣੇ ਮਸਲਿਆਂ ਬਾਰੇ ਜਾਂ ਇਨਸਾਨੀਅਤ ਦਾ ਜਾਂ ਵੱਖਰੇ ਵੱਖਰੇ ਨਾਵਾਂ ਦੇ ਹੇਠ, ਖਾਸ ਕਰਕੇ ਮੀਡੀਆ ਵੀ, ਤੇ ਮੈਨੂੰ ਲੱਗਦਾ ਵੀ ਉਹ ਜਿਹੜੇ ਉਹਨਾਂ ਨੂੰ ਰੋਲ ਨਿਭਾਉਣਾ ਚਾਹੀਦਾ, ਉਹ ਬੰਦੇ ਰੋਲ ਨਹੀਂ ਨਿਭਾਉਂਦੇ ਜੋ ਵੀ ਆ। ਕਿਉਂਕਿ ਹੁਣ ਜਦੋਂ ਇੱਥੇ ਸਾਨੂੰ, ਮੈਂ ਹੁਣ ਜਦੋਂ ਦੇਖਦਾ ਵੀ ਅਸੀਂ ਠੀਕ ਆ, ਨੋ ਡਾਊਟ ਲਿਬਰਲ ਪਾਰਟੀ ਦੀ ਹਿਸਟਰੀ ਸਾਡੇ ਲਈ ਚੰਗੀ ਹੋ ਸਕਦੀ ਆ, NDP ਦੀ ਹੋ ਸਕਦੀ ਆ, ਬਹੁਤ ਹੱਦ ਤੱਕ ਕਈ ਮਸਲਿਆਂ ਵਿੱਚ ਕੰਜ਼ਰਵੇਟਿਵ ਦੀ ਹੋਊਗੀ, ਕ੍ਰਿਟਿਸਿਜ਼ਮ ਇਹੀ ਕਰਦੇ ਆ। ਪਰ ਜਦੋਂ ਮਸਲਿਆਂ ਦੀ ਗੱਲ ਹੁੰਦੀ, ਤੁਸੀਂ ਉਦੋਂ ਮਸਲਿਆਂ ਤੋਂ ਉੱਤੇ ਉੱਠ ਕੇ ਕੁਝ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ ਕਿਉਂਕਿ ਕਈ ਫਿਰ ਪੱਕੇ ਕੇਡਰ ਆ, ਉਹ ਇਸ ਗੱਲ ਦਾ ਗੁੱਸਾ ਕਰਦੇ ਆ ਵੀ ਉਹ ਵੀ ਸਾਡੀ ਅਸੀਂ ਹੈਗੇ ਤਾਂ ਹੈਗੇ ਆ। ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਮੈਂ ਆਮ ਜਨਰਲੀ ਜਿਹੜੇ ਬੰਦੇ ਦਾਅਵਾ ਕਰਦੇ ਆ ਵੀ ਅਸੀਂ ਸਾਰਿਆਂ ਦੀ ਸਾਂਝੀ ਗੱਲ ਕਰਦੇ ਆ। ਕਿਉਂਕਿ ਉਦਾਹਰਨ ਦੇ ਤੌਰ ਤੇ ਜੇ ਮੈਂ ਆਪਣੇ ਮਸਲਿਆਂ ਤੇ ਲੈ ਲਵਾਂ ਵੀ ਲਿਬਰਲ ਪਾਰਟੀ ਦਾ ਸਾਰਿਆਂ ਨੂੰ ਚੇਤਾ ਹੋਊਗਾ ਹੀ ਨਹੀਂ, ਉਦੋਂ ਆਈ ਥਿੰਕ 18 ਦੇ ਵਿੱਚ ਜਿਹੜਾ ਉਹ ਇੱਕ ਟੈਰਰਿਜ਼ਮ ਬਿੱਲ ਆਪਣੇ ਤੇ ਲਿਆਂਦਾ ਸੀਗਾ, ਸਿੱਖਾਂ ਦਾ ਨਾਮ ਲਿਆਂਦਾ ਸੀਗਾ, ਉਹਦੇ ਵਿੱਚ ਕਿੱਦਾਂ ਇਹ ਸਾਰੇ ਹੀ ਮੈਂਬਰ ਪਾਰਟੀ ਘੁੱਗੂ ਵਰਗੇ ਬੈਠੇ ਸੀਗੇ, ਇਨਕਲੂਡਿੰਗ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ, ਇਹਨਾਂ ਦੀ ਰਲ ਕੇ ਨਹੀਂ ਲਿਆਂਦਾ, ਇਹ ਸੁੱਤੇ ਪਏ ਸੀਗੇ। ਜਦੋਂ ਮੰਨ ਲਓ ਸਾਡੀਆਂ ਆਰਗੇਨਾਈਜੇਸ਼ਨ ਨੇ ਰੌਲਾ ਪਾਇਆ, ਸਾਰਾ ਕੁਝ ਕੀਤਾ, ਮੁੜ ਕੇ ਇਹਨਾਂ ਨੇ ਗਿਵ ਅਪ ਕੀਤਾ, ਸਾਰਿਆਂ ਨੂੰ ਪਤਾ ਇਸ ਚੀਜ਼ ਦਾ। ਪਰ ਮੰਨ ਲਓ ਆ ਕਿੱਦਾਂ ਗਿਆ, ਇੱਕ ਇਹਨਾਂ ਦੇ ਕੁਐਸਚਨ ਹੈ, ਤੇ ਔਰੈਂਟੂਨ ਦਾ ਵੀ ਇਹੀ ਸੀਗਾ, ਉਹਨੇ ਵੀ ਇੱਕ ਬਿੱਲ ਲਿਆਂਦਾ ਸੀਗਾ ਕੁਛ, ਉਹ ਵੀ ਸਫਲ ਨਹੀਂ ਹੋਇਆ। ਮੇਰਾ ਕਹਿਣ ਦਾ ਭਾਵ ਹੈ ਵੀ ਹੁਣ ਉੱਥੇ ਆ ਸੈਕੂਲਰ ਨਾਮ ਹੇਠ ਬਿੱਲ C-21 ਆ, ਉਹ ਸ਼ਰੇਆਮ ਤੁਸੀਂ ਦੇਖ ਲਓ ਲੋਕਾਂ ਦੀ ਪਛਾਣ ਦੇ ਉੱਤੇ ਆਪਣੇ ਤੋਂ ਜਿਹੜਾ ਤੁਸੀਂ ਵੱਖਰੀ ਕੌਮ ਧਰਮ ਦੇ ਪਹਿਰਾਵੇ ਦੀ ਪਛਾਣ ਹੈ, ਉਹਨਾਂ ਨੂੰ ਰੱਜ ਕੇ ਕੋਈ ਨਫ਼ਰਤੀ ਬਿੱਲ ਆ, ਪਰ ਉਹਦੇ ਉੱਤੇ ਬਿਲਕੁਲ ਚੁੱਪ ਆ। ਜੇ ਕੋਈ ਅਫਗਾਨਿਸਤਾਨ 'ਚ ਮਸਲਾ ਹੋਵੇ, ਉੱਥੇ ਕਿਤੇ ਫੈਮਿਨਿਸਟਾਂ ਨੇ ਉਹ ਹੱਲਾ ਕਰ ਲੈਣਾ, ਦੁਨੀਆ ਭਰ ਦੀਆਂ ਨੇ, ਹੋਰ ਇੱਥੇ ਡਰਾਮੇਬਾਜ਼ੀ ਚੱਲਦੀ ਮਨੁੱਖੀ ਅਧਿਕਾਰ ਵਾਲਿਆਂ ਦੀ, ਉੱਥੇ ਕੋਈ ਨਹੀਂ ਬੋਲਦਾ ਵੀ ਭਾਈ ਉਹ ਨਫ਼ਰਤੀ ਬਿੱਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਕਿੱਦਾਂ ਹਾਲੇ ਤੱਕ ਖੜਾ ਆ। ਉਹਦੇ ਵਿੱਚ ਕੋਈ ਟੂਟੋ ਮੰਨ ਲਓ ਜਗਮੀਤ ਸਿੰਘ ਨੇ ਕਿਹਾ ਅਸੀਂ ਕੋਰਟ ਦੀ ਤੇ ਜਿੱਦਾਂ ਹੋਊਗਾ ਡਿਸੀਜਨ ਉਹ ਤੇ ਕਰਾਂਗੇ, ਸਾਨੂੰ ਕੋਰਟ ਨੂੰ ਡਿਸਾਈਡ ਕਰ, ਕਿਉਂਕਿ ਉਹਦੀ ਇੱਕ ਪਾਰਟੀਆਂ ਦੇ ਵਿੱਚ ਮਜਬੂਰੀ ਆ। ਮੰਨ ਲਓ ਚਾਰਟ ਆਫ ਰਾਈਟ ਦੇ ਨਾਂ ਦੇ ਥੱਲੇ ਮੰਨ ਲਓ ਤੁਹਾਡੀ ਤੁਸੀਂ ਗਲਤ ਜੋ ਮਰਜ਼ੀ ਕਰ ਸਕਦੇ ਆ, ਉੱਥੇ ਹੱਲੇ ਤੱਕ ਨਹੀਂ ਬੋਲਦੇ। ਮੈਂ ਤਾਂ ਗੱਲ ਕਰ ਰਿਹਾ ਵੀ ਖਾਸ ਕਰਕੇ ਸਾਡੇ ਜਾਂ ਕੋਈ ਵੀ ਬੰਦਾ ਜਿਹੜਾ ਦਾਅਵਾ ਕਰਦਾ ਪਾਰਟੀਆਂ ਦਾ ਸਿਆਣਾ ਹੋਣ ਦਾ, ਉਹ ਘੱਟੋ ਘੱਟ ਇਹਨਾਂ ਮੁੱਦਿਆਂ ਦੇ ਉੱਤੇ ਜ਼ਰੂਰ ਬੋਲੇ। ਜੇ ਤੁਸੀਂ ਨਹੀਂ ਬੋਲਦੇ ਤੇ ਦੂਜੀ ਗੱਲ ਹੈ, ਫਿਰ ਜੇ ਆਪਾਂ ਇਹ ਸੋਚਦੇ ਵੀ ਕੋਈ ਬੰਦਾ ਵਾਰ-ਵਾਰ ਲੋਕਾਂ ਵੱਲੋਂ ਚੁਣਿਆ ਜਾਂਦਾ, ਭਾਵੇਂ ਟੂਟੋ ਤੀਜੀ ਵਾਰੀ ਬਣ ਜਾਵੇ ਜਾਂ ਕੋਈ ਹੋਰ, ਫਿਰ ਸਾਡਾ ਮੋਦੀ ਹੁਣ ਜੇ ਬਾਦਲ ਕੈਪਟਨ ਦੇ ਨਾਲ ਕਾਹਦਾ ਵਿਰੋਧ, ਉਹ ਵੀ ਤਾਂ ਲੋਕਾਂ ਦੁਆਰਾ ਚੁਣੇ ਜਾਂਦੇ ਆ। ਫਿਰ ਉੱਥੇ ਵੀ ਸਾਨੂੰ ਚਾਹੀਦਾ ਵੀ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਖੜੇ ਆ, ਮੰਨ ਲਓ ਪਹਿਲਾਂ ਉੱਥੇ ਵੀ ਪਾਰਟੀ ਜਿਹੜੀ ਮਰਜ਼ੀ ਪਾਰਟੀ ਸਪੋਰਟ ਕਰਕੇ ਜਾਂ ਪਾਰਟੀ ਖੜੀ ਕਰਕੇ ਮੋਦੀ ਨੂੰ ਬਦਲ ਕੇ ਤੁਸੀਂ ਆਪਣੇ ਬਿੱਲ ਖਾਰਜ ਕਰ ਲਓ। ਇਹ ਜਿਹੜਾ ਆਪਾਂ ਡਬਲ ਮਾਈਂਡਡ ਜਾਂ ਡਬਲ ਦੋਗਲਾ ਦਿਖਾਲਦੇ ਆ,
ਇਨਕਲੂਡਿੰਗ ਹੋ ਸਕਦਾ ਮੈਂ ਵੀ ਕਿਸੇ ਵਿਸ਼ੇ ਤੇ ਹੋਵਾਂ, ਪਰ ਇਦਾਂ ਨਹੀਂ ਚਾਹੀਦਾ। ਆਪਾਂ ਨੂੰ ਜਿਹੜੇ ਸਾਡੇ ਮੁੱਦੇ ਆ ਉਹਨਾਂ ਦਾ ਹੱਕ ਆ। ਖਾਸ ਕਰਕੇ ਹੁਣ ਮੀਡੀਆ ਤੋਂ ਮਾੜਾ ਮੋਟਾ ਵੀ ਮੀਡੀਆ ਜਿਹੜਾ, ਜੇ ਤੁਸੀਂ ਉਹ ਗੱਲ ਕਰਦੇ ਆ ਇੱਥੇ ਤੱਕ, ਅਦਰਵਾਈਜ਼ ਕੇਂਦਰ ਤੋਂ ਬਹੁਤਾ ਮੀਡੀਆ ਦਾ ਹਿੱਸਾ ਵੀ ਇਹਨਾਂ ਦਾ ਪਾਰਟੀਆਂ ਦਾ ਹੀ ਬੁਲਾਰਾ ਆ, ਕਿਉਂਕਿ ਉਹ ਪੁੱਛਦਾ ਹੀ ਨਹੀਂ ਪੈਂਡੈਮਿਕ ਦੇ ਵਿੱਚ ਵੀ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕਿੱਥੋਂ ਪੈਸੇ ਮੋੜਨੇ ਆ, ਲੋਕਾਂ ਫਿਰ ਕਿੱਦਾਂ ਉਹ ਕਰਜ਼ੇ ਚਾਹਨੇ, ਕਿੱਦਾਂ ਮੰਨ ਲਓ ਜਿਹੜੀ ਅਸਲ ਇੰਡਸਟਰੀ ਖੜੀ ਕਰਨੀ ਹੈ ਜਿਹਦੇ ਵਿੱਚ ਬੰਦਾ ਗਰੋ ਕਰਦਾ, ਉਹਦੇ ਥਾਂ ਤੇ ਤੁਸੀਂ ਇੱਕ ਮੰਨ ਲਓ ਸਲੇਵਰੀ ਵਾਲੀ ਇੰਡਸਟਰੀ ਮੰਨ ਲਓ ਐਮਾਜ਼ੋਨ ਜਾਂ ਹੋਰ ਉਦਮੀਆਂ ਤੇ ਤੁਸੀਂ ਗਰੋ ਹੀ ਨਹੀਂ ਕਰ ਸਕਦੇ। $20 ਤੇ ਤੁਸੀਂ ਲੱਗੇ ਰਹੋ, ਸਾਰੀ ਉਮਰ ਲੱਗੇ ਰਹੋ। ਬਿਲਕੁਲ। ਤੇ ਮੇਰੇ ਖਿਆਲ ਨਾਲ ਇਹਨਾਂ ਚੀਜ਼ਾਂ ਨੂੰ ਸੈਰਤ ਹੋਣ ਦੀ ਲੋੜ ਆ। ਇਹਦੇ ਲਈ ਬਣਦੇ ਜਿਹੜੇ ਲੋਕ ਜ਼ਿੰਮੇਵਾਰ ਆ, ਭਾਵੇਂ ਮੀਡੀਆ ਆ, ਉਹਨਾਂ ਨੂੰ ਘੱਟੋ ਘੱਟ ਮੀਡੀਆ ਆਪਣਾ ਯੋਗਦਾਨ ਆ। ਠੀਕ ਆ, ਤੁਹਾਡੀ ਤੁਸੀਂ ਲੜੀ ਇਲੈਕਸ਼ਨ ਪਿਛਲੀ ਵਾਰੀ ਖਤਮ ਹੈ ਕੰਮ। ਹੁਣ ਜੇ ਤੁਸੀਂ ਆਪਣਾ ਰੋਲ ਨਹੀਂ ਨਿਭਾਉਂਦੇ, ਤੁਸੀਂ NDP ਨੂੰ ਹੀ ਮੰਨ ਲਓ ਡਿਫੈਂਡ ਕਰੀ ਜਾਣਾ ਜਾਂ ਦੂਜਿਆਂ ਨੂੰ ਵਿਰੋਧ ਕਰੀ, ਮੰਨ ਲਓ ਉਹ ਗੱਲ ਖਤਮ ਆ, ਰਾਈਟ। ਤੇ ਹੁਣ ਜੇ ਤੁਸੀਂ ਕੋਈ ਵੀ, ਮੈਂ ਤੁਹਾਡੇ ਜਨਰਲੀ ਗੱਲ ਕਰਦਾ, ਹੁਣ ਮੈਂ ਕੋਈ ਨਹੀਂ ਮੇਰੀ ਵੀ ਗੱਲ ਹੈ, ਮੈਂ ਅਕਾਊਂਟੇਬਲ ਆ। ਮੈਂ NDP ਨੂੰ ਕਿਉਂ ਬਚਾਵਾਂ, ਕਾਹਦੇ ਲਈ ਬਚਾਵਾਂ ਮੈਂ? ਬਿਲਕੁਲ ਠੀਕ ਹੈ, ਮੈਂ ਆਪਣਾ ਕੰਮ ਨਹੀਂ ਹੈ ਕਰਕੇ ਠੀਕ ਆ। ਹਾਂਜੀ, ਕਿਉਂਕਿ ਹੁਣ ਉਹ ਮੁੱਦਿਆਂ ਦੇ ਮੈਂ ਕੋਈ ਗੱਲਾਂ ਹੀ ਨਹੀਂ ਕਰਦਾ, ਬਸ ਉਹ ਆਪਣੀ ਇੱਕ ਮੰਨ ਲਓ ਧਿਰ ਵੀ ਜੋ ਅਸੀਂ ਉਹਦੇ ਹੱਕ 'ਚ ਖੜਨਾ, ਅਸੀਂ ਕੋਈ ਵੀ ਰੀਜਨ ਲੈ ਲੈਣਾ ਹੱਕ 'ਚ ਖੜਨ ਦਾ। ਉਹ ਇਹ ਨਹੀਂ ਸੋਚਣਾ ਵੀ ਆਪਾਂ ਸਾਰੇ ਜੇ ਇਕੱਠੇ ਆ ਤਾਂ ਆਪਣੇ ਇਕੱਠਿਆਂ ਦੇ ਮੁੱਦਿਆਂ ਦਾ ਹੀ ਆ, ਦੂਜਿਆਂ ਦੇ ਕੰਸਰਨ ਦੀ ਦੇਖੋ। ਜੇ ਹੁਣ ਕੋਈ ਬਜ਼ੁਰਗਾਂ ਦਾ ਜਾਂ ਕੋਈ ਸਾਡਾ ਕੰਸਰਨ ਹੈਗਾ ਹਿਊਮਨ ਰਾਈਟ ਦਾ ਜਾਂ ਇਸ ਤਰ੍ਹਾਂ ਦਾ ਆ ਵੀ ਵੱਖਰੇ ਦੂਜਿਆਂ ਨਾਲ ਹੋ ਸਕਦੇ ਆ। ਖਾਸ ਕਰਕੇ ਮੈਂ ਪੈਂਡੈਮਿਕ ਦੇ ਵਿੱਚ ਜੋ ਇਹਨਾਂ ਨੇ ਕੀਤਾ ਸਾਡੇ ਬੰਦਿਆਂ ਦਾ, ਹਾਲੇ ਤੱਕ 5-5 ਹਜ਼ਾਰ ਦੀਆਂ ਟਿਕਟਾਂ ਲਾ ਕੇ ਆ ਰਹੇ, ਉਹ ਕੋਈ ਇਸ਼ੂ ਹੀ ਨਹੀਂ ਹੈਗਾ। ਮੰਨ ਲਓ ਉਹ ਖੱਜਲ ਹੋ ਕੇ 4-5 ਕੰਟਰੀਆਂ 'ਚ ਆ ਰਹੇ, ਮੰਨ ਲਓ ਇਹਨਾਂ ਨੇ ਨਹੀਂ ਦੇਖਣਾ, ਹੋਰ ਕਿਹਨੇ ਦੇਖਣਾ ਸੀਗਾ। ਤੇ ਮੇਰੇ ਖਿਆਲ ਦੇ ਨਾਲ ਚਲੋ ਜਿੱਤ ਤੱਕ ਹਾਰ ਤਾਂ ਕੋਈ ਐਡੀ ਮਾਇਨੇ ਨਹੀਂ ਰੱਖਦੀ ਹੁੰਦੀ, ਮਾਇਨੇ ਇਹੀ ਗੱਲਾਂ ਰੱਖਦੀਆਂ ਜੀ ਤੁਸੀਂ ਉਹ ਮੁੱਦਿਆਂ ਦੀ ਗੱਲ ਕਿੱਦਾਂ ਉਹਨੂੰ ਠੀਕ ਆ, ਤੁਸੀਂ ਆਪਣੀ ਪਾਰਟੀ ਦੇ ਹੱਕ 'ਚ ਵੀ ਖੜ ਕੇ ਗੱਲ ਕਰੋ। ਮੀਆਂ ਬੇਸੀਆਂ ਰਹਿ ਗਈਆਂ, ਇਹਨੂੰ ਹੱਲ ਹੋ ਸਕਦਾ ਸੀਗਾ, ਏਦਾਂ ਹੋਣਾ ਚਾਹੀਦਾ। ਥੈਂਕ ਯੂ ਵੀਰ ਜੀ। ਸਾਹਿਬ ਪ੍ਰਿੰਸੀਪਲ ਸਿੰਘ ਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਲਿਸਨਰ ਨੂੰ। ਸਤਿ ਸ਼੍ਰੀ ਅਕਾਲ ਜੀ। ਦੇਖੋ, ਜੋ ਡਰ ਸੀਗਾ ਉਹ ਵਾਪਰਨਾ ਸ਼ੁਰੂ ਹੋ ਗਿਆ। ਅੱਜ ਸਟੈਟ ਕੈਨੇਡਾ ਦੇ ਆંકੜੇ ਆ ਗਏ ਨੇ ਮਹਿੰਗਾਈ ਦਰ ਦੇ ਉੱਪਰ 4.1%। ਤੁਸੀਂ ਦੇਖੋ ਕਿ ਮਹਿੰਗਾਈ ਕਿਸ ਹੱਦ ਤੱਕ ਪਹੁੰਚ ਗਈ ਆ। ਔਰ ਜਿਹੜਾ ਵੀ ਲੀਡਰ ਆਂਦਾ ਅਫੋਰਡੇਬਿਲਿਟੀ ਦੀ ਗੱਲ ਕਰਦਾ, ਹਾਊਸਿੰਗ ਦੀ ਗੱਲ ਕਰਨ ਲੱਗ ਗਿਆ ਹੈਗਾ। ਤੇ ਇਹ ਸਾਰਾ ਮੈਸ ਕ੍ਰੀਏਟ ਕਿਹਨੇ ਕੀਤਾ? ਹਾਊਸਿੰਗ ਅਫੋਰਡੇਬਿਲਿਟੀ ਤਾਂ 2015 ਤੋਂ ਬਾਅਦ ਮੈਸ ਕ੍ਰੀਏਟ ਹੋਇਆ, ਕਿਉਂਕਿ ਮੈਸ ਜਿਹੜਾ ਕ੍ਰੀਏਟ ਕੀਤਾ ਜਿਹੜੀ ਮੌਜੂਦਾ ਸਰਕਾਰ ਸੀਗੀ 2015 ਤੋਂ, ਜਿਹਨੂੰ ਅਸੀਂ ਇਲੈਕਟ ਕਰਕੇ ਭੇਜਿਆ ਸੀਗਾ, ਉਹਦੇ ਵੱਲੋਂ ਅਨਮੈਨੇਜ ਕੀਤਾ ਗਿਆ। ਅਨਮੈਨੇਜ ਕੀ ਕੀਤਾ ਗਿਆ? ਬਾਰਡਰ ਖੋਲਤੇ, 10 ਮਿਲੀਅਨ ਲੋਕਾਂ ਨੂੰ ਵਿਜ਼ਟਰ ਵੀਜ਼ੇ ਦਿੱਤੇ, ਜਿਹੜੇ ਇੱਥੇ ਆ ਕੇ ਇਨਵੈਸਟਮੈਂਟਾਂ ਕਰਦੇ ਨੇ, ਮਨੀ ਲਾਂਡਰਿੰਗ ਕਰਦੇ ਨੇ, ਤੇ ਵੱਡੀਆਂ ਵੱਡੀਆਂ ਪਾਰਟੀਆਂ ਇਹਨਾਂ ਦੇ ਨਾਲ ਕਰਦੇ ਨੇ। ਮੈਂ ਤਾਂ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦਾ 2 ਸਾਲ ਪੁਰਾਣੀ ਗੱਲ, ਜਦੋਂ ਬਿਲ ਬਲੇਅਰ ਚਾਈਨਾ ਦੀ ਕੰਪਨੀ ਨੂੰ ਵੈਸਟ ਬੈਂਕ ਦੇ ਵਿੱਚ $40 ਬਿਲੀਅਨ ਉਹਨਾਂ ਨੇ ਮੰਗਿਆ ਸੀ, ਅਸੀਂ ਹਾਊਸਿੰਗ ਅਫੋਰਡੇਬਿਲਿਟੀ ਲੈ ਆਵਾਂਗੇ, ਸਾਨੂੰ $40 ਬਿਲੀਅਨ ਦੇ ਦਿਓ। ਔਰ ਕਿੰਨੇ ਦਾ ਘਰ ਵੇਚਾਂਗੇ? $8 ਲੱਖ ਦਾ। ਆਹ ਨਹੀਂ ਇਹਨਾਂ ਦੇ ਅਫੋਰਡੇਬਲ ਪਲਾਨ। ਇਹਨਾਂ ਦਾ ਇੱਕ MP ਜਿਹੜਾ ਪਾਰਲੀਮੈਂਟ ਸੈਕਟਰੀ ਵੀ ਰਿਹਾ ਹਾਊਸਿੰਗ ਕਮੇਟੀ ਦੇ ਉੱਪਰ, ਉਹ ਕਹਿੰਦਾ ਵੀ ਇਹ ਸਾਡਾ 6 ਸਾਲਾ ਪਲਾਨ ਸੀਗਾ ਕੀਮਤਾਂ ਵਧਾਉਣ ਦਾ। ਤਾਂ ਆਹ ਤੇ ਇਹਨਾਂ ਦੀਆਂ ਪਾਲਿਸੀਜ਼ ਨੇ, ਤੇ ਅਸੀਂ 2 ਜੰਮ ਇੱਥੇ ਸੇੜੀ ਬੈਠੇ ਆ। ਇੱਕ ਸਾਰਾ ਦਿਨ ਕੁੱਤਾ ਘੁਮਾਉਂਦਾ, ਇੱਕ ਸਾਰਾ ਦਿਨ ਪਤਾ ਨਹੀਂ ਕਿੱਥੇ ਭੋਗਾ ਦੇ ਤੁਰਿਆ ਫਿਰਦਾ। ਤੇ ਜਦੋਂ ਇਹ ਜੇ ਅਸੀਂ ਆਪਦੇ ਨੁਮਾਇੰਦੇ ਚੁਣਾਂਗੇ, ਉਹਨਾਂ ਦਾ ਇੰਗਲਿਸ਼ ਦਾ ਹਾਲ ਤੁਸੀਂ ਦੇਖ ਹੀ ਲਿਆ ਆ ਡਿਬੇਟ ਦੇ ਵਿੱਚ। ਕੈਨੇਡੀਅਨ ਜੰਪਲ ਮੁੰਡੇ ਦੇ ਸਾਹਮਣੇ ਉਹ ਪਾਰਲੀਮੈਂਟ 'ਚ ਕੀ ਬੋਲਣਗੇ? ਤੇ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਹੀ ਕਿ ਇਹਨਾਂ ਜਮਾਂ ਤੋਂ ਅਸੀਂ ਖੜਾ ਛੁਡਾਈਏ, ਕਾਬਲ ਬੰਦਿਆਂ ਨੂੰ ਅਸੀਂ ਚੁਣੀਏ, ਉੱਥੇ ਸਰਕਾਰ ਬਦਲੀਏ। ਮੌਕਾ ਇੱਕ ਵਾਰ ਦਿਓ ਕਿਸੇ ਵੀ ਪਾਰਟੀ ਨੂੰ, ਬਾਰ-ਬਾਰ ਦਿਓ, ਕਿਉਂਕਿ ਇਹਨਾਂ ਕੋਲ ਸਾਰਿਆਂ ਕੋਲ ਕਾਠ ਦੀ ਹਾਂਡੀ ਆ, ਇੱਕ ਵਾਰੀ ਚੜ੍ਹਨੀ ਉਹਨਾਂ ਦੀ, ਬਾਰ-ਬਾਰ ਨਹੀਂ ਚੜ੍ਹਨੀ। ਕਿਉਂਕਿ ਜੇ ਲੋਕ ਹਰ ਵਾਰ ਬਦਲਦੇ ਰਹਿਣਗੇ ਰਾਜ ਨੂੰ, ਤਾਂ ਲੋਕ ਪੱਖੀ ਕੰਮ ਹੁੰਦੇ ਰਹਿਣਗੇ। ਜਦੋਂ ਤੁਸੀਂ ਅੰਨੇ ਭਗਤ ਬਣ ਜਾਓਗੇ
ਔਰ ਅੰਨੇ ਭਗਤ ਬਣ ਕੇ ਅੰਨੇਵਾਹ ਵੋਟ ਕਰੋਗੇ ਤਾਂ ਤੁਹਾਡੀ ਲੁੱਟ ਖਸੁੱਟ ਹੋਣੀ ਆ। ਤੁਹਾਨੂੰ ਇਹਨਾਂ ਨੇ ਲਤਾੜਨਾ ਹੈ ਔਰ ਤੁਹਾਨੂੰ ਇਹਨਾਂ ਨੇ ਗੁਲਾਮ ਬਣਾਉਣਾ ਹੈ। ਹੁਣ ਤੁਹਾਡਾ ਫੈਸਲਾ ਲੋਕਾਂ ਦਾ ਵੀ ਉਹ ਕਿਵੇਂ ਤੁਸੀਂ ਵੋਟ ਕਰਨੀ ਹੈ। ਤੁਸੀਂ ਅੰਧੇ ਭਗਤ ਬਣ ਕੇ ਕਰਨੀ ਆ, ਅੱਖਾਂ ਖੋਲ ਕੇ ਕਰਨੀ ਆ। ਇਹ ਤੁਹਾਡਾ ਹੁਣ ਫੈਸਲਾ। ਲੋਕਾਂ ਨੂੰ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਬਾਰ-ਬਾਰ ਹੌਂਕਾ ਦੇ ਰਿਹਾ, ਐਤਕੀ ਨਿਜ਼ਾਮ ਬਦਲ ਦਿਓ, ਨਿਜ਼ਾਮ ਬਦਲ ਕੇ ਦੇਖੋ। ਜੇ ਦੂਜਾ ਨਿਜ਼ਾਮ ਕੰਮ ਨਹੀਂ ਕਰਦਾ ਉਹਨੂੰ ਵੀ ਅਸੀਂ ਬਦਲ ਦਿਆਂਗੇ। ਅਸੀਂ ਬਦਲਣ ਦੀ ਤਾਕਤ ਰੱਖਦੇ ਹਾਂ। ਸਾਡੇ ਕੋਲ ਇੱਕ ਦਿਨ ਹੁੰਦਾ ਹੈ ਨਿਜ਼ਾਮ ਬਦਲਣ ਦਾ, ਉਦੋਂ ਅਸੀਂ ਇਸ ਹੱਕ ਦਾ ਸਹੀ ਇਸਤੇਮਾਲ ਕਰੀਏ ਤਾਂ ਹਮੇਸ਼ਾ ਅਸੀਂ ਕਾਮਯਾਬ ਰਵਾਂਗੇ। ਸਾਨੂੰ ਕੋਈ ਲਤਾੜ ਨਹੀਂ ਸਕਦਾ, ਸਾਨੂੰ ਕੋਈ ਲੁੱਟ ਨਹੀਂ ਸਕਦਾ। ਬਸ ਇਹੀ ਕਹਿਣਾ ਚਾਹਾਂਗਾ ਜੀ। ਸੇਖੋ ਸਾਹਿਬ, ਦੇ ਤਰੀਕੇ ਵਾਲੇ ਦੀ ਕਹਾਣੀ ਜ਼ੈਲਦਾਰ ਨਹੀਂ, ਟਾਮੀ ਟਾਮੀ ਕਣੀ, ਕਟਾ ਟੋਪ ਬੱਦਲ, ਲੋਹੜਿਆਂ ਦਾ ਪਾ, ਮਾਘ ਦਾ ਮਹੀਨਾ, 5-6 ਵਜੇ ਗਜਬਾਂ ਦਾ ਹਨੇਰਾ, ਸਾਰਾ ਪਿੰਡ ਦਰਵਾਜ਼ੇ ਮੂਹਰੇ ਬੈਠਾ। ਦੂਰ ਦੂਰ ਤੱਕ ਬੰਦੇ, ਲਾਗੇ ਚਾਗੇ ਦੇ ਕੋਠੇ ਤੀਵੀਆਂ ਨਾਲ ਟੁੱਟੇ ਜਾਂਦੇ, ਸਭ ਬੈਠੀਆਂ ਘੁੰਡ ਕੱਢੀ। ਦਰਵਾਜ਼ੇ ਤੇ ਥੜੇ ਦੇ ਚਾਨਣੀ, ਆਲੇ ਦੁਆਲੇ 2 ਕਨਾਤਾਂ ਗੱਭੇ ਸਟੇਜ, ਕੁਰਸੀਆਂ ਤੇ 10-12 ਬੰਦੇ ਬੈਠੇ। ਉਹ ਚ 3-4 ਤਾਂ ਪੂਰੇ ਸਰੀਰ ਬੰਨੀ ਬੈਠੇ ਸੀ। ਇੱਕ ਨੇ ਮਫਲਰ ਗੱਲ ਨੂੰ ਲਪੇਟਿਆ, ਕੈੜੀ ਚਾਹ ਪੀ ਕੇ ਆਇਆ ਸੀ, ਉਹਨੂੰ ਫਸ ਕੇ ਸਾਹ ਆਉਂਦਾ ਸੀ। ਖਾਨੀ ਚਾਹ ਦਾ ਜਿਹੜਾ ਨਿਗਾਰ ਸੀ, ਖਾਨੀ ਮਫਲਰ ਦਾ ਨਿਗਾਰ ਸੀ। ਇੱਕ ਹਲੇ ਵੀ ਦਾੜੀ ਤੇ ਖਾਕੀ ਬੰਨੀ ਬੈਠਾ ਸਾਹਮਣੇ ਨੂੰ ਝਾਕਦਾ ਸੀ। ਕਈ ਉਹਨੂੰ ਦੇਖ ਕੇ ਕਹਿੰਦੇ ਉਹ ਡਰਨੇ ਨੂੰ ਕਿਵੇਂ ਬੈਠਾ, ਸਿੱਧਾ ਹੀ ਝਾਕੀ ਜਾਂਦਾ। ਉਹਦਾ ਕੁਰਸੀ ਮਿਲੀ ਹੋਈ ਹੈ, ਕੁਰਸੀ ਸਟੇਜ ਤੇ ਬੈਠਾ। ਸਟੇਜ ਤੇ ਬੈਠਾ ਬੰਦਾ ਐ ਹੀ ਹੁੰਦਾ। ਉਹ ਸਟੇਜ ਤੇ ਰਾਮਲੀਲਾ ਵਾਲੇ ਵੀ ਹੁੰਦੇ ਨੇ, ਵਾਹ ਉੱਕਣੀ ਹੈ, ਦੇਖ ਤਾਂ ਠਾਠੀ ਕਿਹੜੇ ਟਾਈਮ ਬੰਦੀ ਬੈਠਾ। ਠੰਡ ਲੱਗਦੀ ਹੈ ਨਾ ਇਹਨੂੰ, ਠੰਡ ਵਾਲੇ ਤਾਂ ਨਾਲ ਵਾਲੇ ਨੂੰ ਲੱਗਦੀ ਹੈ ਜਿਹੜਾ ਗਲੂ ਬੰਦ ਬੰਦੀ ਬੈਠਾ। ਗੱਲਾਂ ਕਰਦੇ ਕਰਦੇ ਕੋਲੋਂ ਇੱਕ ਹੋਰ ਮਾਈਕ੍ਰੋਫੋਨ ਫੜ ਕੇ, ਘੁੱਟਵੇਂ ਪਜਾਮੇ ਲੰਮੇ ਕੋਟ ਵਾਲਾ ਇੱਕ ਹੋਰ ਆ ਗਿਆ, 2 ਕਾਗਜ਼ ਹੱਥ 'ਚ ਫੜੇ ਹੋਏ। ਭੈਣੋ ਦੇ ਭਰਾਵੋ, ਹੁਣ ਤੁਹਾਡੇ ਸਾਹਮਣੇ ਮਸ਼ਹੂਰ ਰੇਡੀਓ ਆਰਟਿਸਟ ਆਪਣਾ ਗੀਤ ਪੇਸ਼ ਕਰੂਗਾ। ਤੁਰਨੇ ਵਾਲਾ ਇੱਕ ਹੋਰ ਆ ਗਿਆ, ਤੁੰਬੀ ਤੇ ਟਨ ਟਨ ਕਰਕੇ, ਬਦਲਦੇ ਹੋਏ ਬਦਲਦੇ ਹੋਏ ਬਦਲਦੇ ਦੇਸ਼ ਦੀਆਂ ਤਕਦੀਰਾਂ ਨੂੰ ਤੋੜਦੇ 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 ਜ਼ੁਲਮ ਦੀਆਂ ਜੰਜੀਰਾਂ ਨੂੰ ਉਹ ਆਪਣੀ ਛੱਡ ਗਿਆ। 5 ਵਾਰ ਗੀਤ ਖਤਮ ਹੋ ਗਿਆ। ਫੇਰ ਸਟੇਜ ਸਕੱਤਰ ਨੇ ਖੂਰ ਆਉਂਦਾ ਰਿਹਾ, ਜਿੰਨਾ ਚਿਰ ਇਲਾਕੇ ਦੇ ਅਸੈਂਬਲੀ ਉਮੀਦਵਾਰ ਸਰਦਾਰ ਚਰਨ ਸਿੰਘ ਜੀ ਗਰੇਵਾਲ ਪਹੁੰਚ ਰਹੇ ਨੇ, ਉਹਨਾਂ ਚਿਰ ਇੱਕ ਗੀਤ ਹੋਰ ਸੁਣੋ। ਸਾਰੇ ਬੈਠੇ ਦੇ ਗੀਤ ਕਿਹਨੇ ਸੁਣਨਾ, ਗੱਲਾਂ ਕਰਨਾ, ਕਿਉਂ ਜਗਤੇ ਆ। ਹਾਂ ਬੋਲ, ਪਿੱਛੋਂ ਜਗਤਾ ਬੋਲਿਆ, ਚਰਨ ਸਿੰਘ ਬੰਦਾ ਦਾ ਚੰਗਾ, ਬੁੜਾ ਸੰਤਾ ਕਹਿੰਦੇ ਆਪਣੀ ਲਟਕੀ ਨੂੰ ਮਸ ਨਹੀਂ ਦਬਾਉਣਾ। ਇਹਦੇ ਕੋਲ ਗਿਆ, ਮੈਂ ਠਾਹ ਕੰਮ ਕਰਤਾ ਇਹਨੇ। ਗਰੇਵਾਲ ਭਾਈ ਆ ਆਪਣਾ, ਫੇਰ ਵੀ ਲਾਗਲੇ ਪਿੰਡ ਦਾ, ਜੇ ਇਹਨੂੰ ਨਹੀਂ ਵੋਟ ਪਾਵਾਂਗੇ ਤਾਂ ਕਿਹਨੂੰ ਪਾਵਾਂਗੇ। ਫੇਰ ਵੀ ਗੋਤੀ ਹੈ। ਮਨਸੂਰ ਵਾਲਾ ਬਾਹਮਣ 5 ਸਾਲ ਮੈਂਬਰ ਰਿਹਾ, ਵੋਟਾਂ ਲਾਉਣ ਮੈਂ ਕਿਹਾ ਆ ਜਾਂਦਾ, ਮੁੜ ਕੇ ਲੱਭਿਆ ਹੀ ਨਹੀਂ, ਮਾਤੜਾ ਨੂੰ ਪਛਾਣਨੋਂ ਹਟ ਗਿਆ। ਦੇਖ ਲਾ ਸੰਤਿਆ, ਜੇ ਚੰਗਾ ਤਾਂ ਹੀ ਤਾਂ ਪਿੰਡ ਘਟਾ ਟੋਪ ਬੈਠਾ। ਟੁੰਡੇ ਨੰਬਰਦਾਰ ਨੇ ਪਿੱਛੋਂ ਛੱਡ, ਉਹਨੂੰ MLA ਵੱਲੋਂ ਸਰਪੰਚ ਨੂੰ ਆਈ, ਸਰਪੰਚ ਤੋਂ ਗਾਹਾਂ ਟੁੰਡੇ ਨੂੰ ਮਿਲੀ ਅਧੀਏ ਦਾ ਨਿਗਾਸ। ਬਾਕੀ ਫਿਰਦੇ ਆ ਭੌਂਕਦੇ, ਕਾਰਾਂ ਦੀ ਝੰਡੀਆਂ ਲਾ ਕੇ, ਵੋਟ ਅਮਕੇ ਕੋ ਪਾਓ, ਵੋਟ ਭਿਮਕੇ ਕੋ ਪਾਓ। ਕੋਈ ਪੁੱਛਦਾ? ਕੱਲ ਦੇਖਦੇ ਪਾਥੀਆਂ ਵੀ ਪਈਆਂ ਜਮਾਰਾਂ ਵਿਹੜਿਓਂ। ਟੁੰਡਾ ਨੰਬਰਦਾਰ ਪੂਰਾ ਕਰਾਦਾ। ਤੇਰੀ ਬਾਸ਼ਨਾ ਦੱਸਦੀ ਆ ਲੈਤੀਆਂ ਦੀ ਸਾਨੂੰ। ਜਗਤ ਨੇ ਮੂੰਹ ਘਵਾ ਕੇ ਜਦ ਲੰਬੜਦਾਰ ਨੂੰ ਕਿਹਾ, ਤੇਰੀ ਬਾਸ਼ਨਾ ਦੱਸਦੀ ਆ ਕਿਹਦੇ ਹੱਕ 'ਚ ਬੋਲਦਾ ਤੂੰ। ਸਰਪੰਚ ਤੇ ਤੂੰ ਸਾਂਝੀ ਛਕਦੇ ਹੋ, ਚੱਲ ਤੂੰ ਵੀ ਆ ਜੀ, ਗੱਲ ਨੂੰ ਰੌਲਾ ਨਾ ਪਾ, ਆ ਜੀ। ਡੰਗਰ ਵਾਲੇ ਹੱਥ ਨੇ ਸੰਗ। ਜਗਤਾ ਵੀ ਚੁੱਪ ਕਰ ਗਈ। ਬੁੜੀਆਂ ਆਪੋ ਆਪਣੀਆਂ ਲੱਗੀਆਂ ਨੇ। ਦੇਖ ਰੱਖੀਏ, ਜੇ ਵੱਡੇ ਵੋਟਾਂ ਲੈਣ ਆ ਜਾਂਦੇ, ਗਰੀਬਾਂ ਦੀ ਦੁੱਖ ਕੋਈ ਨਹੀਂ ਸੁਣਦਾ। ਝੋਰਾਂ ਦੀ ਕਰਮੀ ਨੇ ਲਾਗੇ ਬੈਠੀ ਰਾਮਦਾਸਰ ਨੂੰ ਰੱਖੀ ਦੇ ਮੋਢੇ ਨੂੰ ਹੁਣ ਕੀ ਚੰਦਰਾ, ਮਿੱਟੀ ਦਾ ਤੇਲ ਡਾਲਡਾ, ਜਾਨ ਮਾਰਿਆ ਨਹੀਂ ਮਿਲਦਾ, ਤੂੰ ਫੜ ਕੇ ਆ ਜਾਂਦੇ। ਵੋਟਾਂ ਕੋ ਪਾਓ, ਗਰੀਬਾਂ ਕੋ। ਹਰੇਕ ਹਿੰਦੀ ਬੋਲਦਾ, ਮੇਰੀ ਤਾਂ ਰਹਿ ਵੋਟ ਹੀ ਨਾ ਪਾਵਾ। ਨਾਲ ਉਹਨੇ ਮਲਮਲ ਦੀ ਚੁੰਨੀ ਧੂ ਕੇ ਨੱਕ ਤੇ ਕੱਸੀ, ਨੱਕ ਜਿਹੜਾ ਹੋਰ ਲਕੋ ਲਿਆ ਠੰਡ ਕਰ। ਭੈਣੇ ਬੰਦਾ ਤਾਂ ਚੰਗਾ, ਇਹਦੇ ਬੱਚੇ ਜਿਉਣ। ਘੁੱਦੂ ਦਾ ਬਾਪੂ ਦੱਸਦਾ, ਜਦ ਪੱਠੇ ਵਾਲਿਆਂ ਨੇ ਇੱਟਾਂ ਦਾ ਰੇਟ ਨਾ ਦਿੱਤਾ, ਇਹਨੇ ਵਿੱਚ ਪੈ ਕੇ ਪਵਾਇਆ ਸੀ। ਮੰਡੀਰ ਆਪਣੇ ਤੌਰ ਤੇ ਕਾਨਾ ਖੁਸ਼, ਭਾਈ ਅਮਰਾ ਕੁਰਬਾਨੀ ਬਹੁਤ ਹੈ ਬੰਦੇ ਦੀ। ਕਿਸਾਨ ਮੋਰਚਾ ਲੱਗਿਆ ਤਾਂ ਜੇਲ੍ਹ 'ਚ, ਟੀਚਰਾਂ ਨੇ ਹੜਤਾਲ ਕੀਤੀ ਗਾਹਾਂ, ਫੂਡ ਐਡੀਟੇਸ਼ਨ 'ਚ ਤਲ ਮੂਹਰੇ।
ਐਮਏ 'ਚ ਪੜ੍ਹਦਾ ਜਗਤਾਰ ਨਾਲ ਦੇ ਸਾਥੀਆਂ ਨੂੰ ਦੱਸ ਰਿਹਾ ਸੀ, ਉਹਦੇ ਤੇ ਖੱਬ ਪੱਖ ਬਹੁਤ ਚੜਿਆ ਹੋਇਆ ਸੀ। ਪਿਛਲੇ ਸਾਲ ਪੱਠਾ ਮਜ਼ਦੂਰ ਦੇ ਹੱਕ 'ਚ ਅਸੈਂਬਲੀ 'ਚ ਬੋਲਿਆ, ਇਹਦਾ ਨਾਂ ਹੈ ਕੁਰਬਾਨੀ। ਆਹ ਕੀ ਬਾਹਾਂ ਮਾਰ ਕਹਿਣਾ ਹਮ ਇਹ ਕਰ ਦੇਗਾ ਦੋ ਕਰ ਦੇਗੇ, ਕਰਕੇ ਤਾਂ ਦਿਖਾਓ। ਇਹਨਾਂ ਦਾ ਮੈਨੀਫੈਸਟ ਕੀ ਹੈ? ਬੀਏ 'ਚ ਪੜ੍ਹਦੇ ਜਗਵੰਤ ਨੇ ਕਿਹਾ, ਬਾਕੀ ਤਾਂ ਲੋਕ ਗਮਰਾਹ ਕਰਦੇ ਨੇ। ਇਹਨਾਂ ਦਾ ਮੈਨੀਫੈਸਟ ਕਾਇਮ ਆ ਪੂਰਾ, ਸੋਸ਼ਲਿਜ਼ਮ ਲਿਆਵਾਂਗੇ, ਸਭ ਫੋਕੇ ਦਾਅਵੇ, ਨਾ ਕੋਈ ਪਾਰਟੀ ਸੇਵਾ ਕਰਾਂਗੇ, ਕੰਮ ਸਾਰਾ ਆਪਣਾ, ਕੋਠੀ ਬਣਾ ਦੇਣੀ ਹੈ ਵਧੀਆ ਕਾਰਖਾਨੇ, 2-4 ਪਰਮਿਟ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਲੈ ਰਹੇ ਨੇ ਪੈਟਰੋਲ ਪੰਪ ਤੇ। ਜਗਵੰਤ ਅਜੇ ਲੋਕ ਅਨਪੜ੍ਹ ਨੇ, ਮਾਸਟਰ ਰਾਜ ਕਹਿੰਦੇ ਅਜੇ ਤਾਂ ਲੋਕਾਂ ਨੂੰ ਵੋਟਾਂ ਦੀ ਵਰਤੋਂ ਦਾ ਨਹੀਂ ਪਤਾ ਲੱਗਿਆ। ਦੇਖ ਲਓ ਪਿਛਲੀ ਵਾਰੀ ਕੀ ਹੋਇਆ ਸੀ, ਕੁਰਸੀਆਂ ਦੀ ਖਾਤਰ ਮੈਂਬਰਾਂ ਨੇ ਇਮਾਨ ਵੇਚਤਾ। ਜਸਵੰਤ ਨੇ ਕਹਾਂ ਗੱਲ, ਉਹ ਨਹੀਂ ਉਹ ਜੋਧਿਓ ਨਹੀਂ, ਇੱਕ ਪਿੱਛੇ ਤਾਜੀ ਚੱਲੀ ਲਹਿਰ ਦਾ ਸਵਾਰ ਵੀ ਖੜਾ ਸੀ। ਓਏ ਉਹ ਨਹੀਂ ਹੁੰਦੀਆਂ ਗੱਲਾਂ, ਇਹ ਕੌਮ ਇੱਕ ਦਿਨ ਰਾਜ ਕਰੂ ਜਿਵੇਂ ਅਬਦਾਲੀ ਦੀਆਂ ਨਾਸਾਂ ਭੰਨੀਆਂ ਸੀ, ਸਾਡਾ ਵੀ ਰਾਜ ਹੋਊ। ਬਾਈ ਤੇਰੇ ਵਾਲਾ ਨਹੀਂ ਹੋਣਾ। ਥੱਲੇ ਇੱਕ ਹੋਰ ਬੈਠਾ, ਦੇਖੀ ਤਾਂ ਸਹੀ ਆ ਜਮਹੂਰੀਅਤ ਜਮਾਰੀਅਤ ਜਿਹੜੇ ਤੁਹਾਡੇ ਵੱਡੇ ਵੱਡੇ ਨਾਂ ਨੇ, ਇਹ ਤਾਂ ਲੱਭਣੇ ਨਹੀਂ ਕਿਤੇ, ਇਹ ਤਾਂ ਹਲੀਮੀ ਰਾਜ ਹੋਊ ਇੱਕ ਦਿਨ। ਜਾਨੂੰ ਰੌਲਾ ਪੈ ਗਿਆ, ਸਰਦਾਰ ਚਰਨ ਸਿੰਘ ਜੀ ਜਿੰਦਾਬਾਦ, ਸਰਦਾਰ ਚਰਨ ਸਿੰਘ ਜੀ ਜਿੰਦਾਬਾਦ, ਸੁਰੇਸ਼ ਗੁਪਤਾ ਜੀ ਜਿੰਦਾਬਾਦ। ਲੀਡਰ ਕੁਰਸੀਆਂ ਤੇ ਆ ਕੇ ਬਹਿ ਗਏ। ਸਟੇਟ ਸਕੱਤਰ ਬੋਲਿਆ, ਚਰਨ ਸਿੰਘ ਸਾਡੇ 'ਚ ਹੁਣ ਮੌਜੂਦ ਨੇ, ਕਿਸਾਨਾਂ ਮਜ਼ਦੂਰਾਂ ਗਰੀਬਾਂ ਦੇ ਹੱਕ ਦੀ ਰਾਖੀ ਕਰਦੇ ਸੱਚੇ ਸੁੱਚੇ ਨਿਧੜਕ ਆਗੂ ਨੇ, ਤੁਹਾਡੇ ਵਿੱਚੋਂ ਨੇ, ਤੁਹਾਡੇ ਨਾਲ ਨੇ, ਤੁਹਾਡੇ ਆਲੇ ਦੁਆਲੇ ਰਹਿੰਦੇ ਨੇ, ਤੁਹਾਡੇ ਘਰਾਂ ਤੱਕ ਪਹੁੰਚ ਕਰਦੇ। ਤੁਸੀਂ ਇਹਨਾਂ ਤੱਕ ਮਰਦੇ ਦਮਦੇ ਹੱਸਦੇ ਖੇਡਦੇ ਤੁਹਾਡੇ ਘਰਾਂ ਜਾ ਕੇ ਬਹਿੰਦੇ ਨੇ। ਸਰਦਾਰ ਚਰਨ ਸਿੰਘ ਲੁਕੇ ਨਹੀਂ ਹੋਏ। ਸਰਦਾਰ ਸਾਹਿਬ ਆਪਣੇ ਪਿੰਡ ਗੁਆਂਢੀ ਨੇ, ਨਾਲੇ ਗੋਤੀ ਨੇ, ਜੜਤੌਲੀ ਪਿੰਡ ਤੋਂ ਨੇ। ਇਹਨਾਂ ਨੇ ਜੋ ਕੁਝ ਇਲਾਕੇ ਦਾ ਬਣਾਇਆ, ਤੁਹਾਡੇ ਤੋਂ ਲੁਕਿਆ ਨਹੀਂ ਹੋਇਆ। ਪੂਰਾ ਮਾਰ ਕੇ ਸਕੱਤਰ ਨੇ ਫੇਰ ਗੱਲ ਸਾਫ਼ ਕੀਤਾ, ਸਰੀਰ ਬੰਨਿਆ, ਖਿਲਰ ਗਿਆ ਸੀ ਜ਼ੋਰ ਲਾ ਕੇ। ਹੁਣ ਤੁਹਾਡੇ ਸਾਹਮਣੇ ਤੁਹਾਡੇ ਹਰਮਨ ਪਿਆਰੇ ਲੀਡਰ ਸਰਦਾਰ ਚਰਨ ਸਿੰਘ ਜੀ ਸ਼ੁਭ ਵਿਚਾਰ ਰੱਖਣ, ਅੱਖਾਂ ਦੀ ਝਮਕਣ ਦੇ ਸਾਹਮਣੇ ਚਰਨ ਸਿੰਘ ਆ ਕੇ ਖੜਕੇ, ਇਲਾਕਾ ਨਿਵਾਸੀ ਭਰਾਵੋ, ਅੱਜ ਮੈਂ 5 ਸਾਲ ਪਹਿਲਾਂ ਮੇਰੇ ਲਈ ਜਿਹੜੀ ਪ੍ਰਾਪਤੀ ਸੀ ਤੁਹਾਡੀ, ਉਹ ਜਿੱਤ ਸੀ, ਤੁਹਾਡਾ ਧੰਨਵਾਦ ਕਰਦਾ। ਮੇਰੇ ਪੱਲੇ ਕੀ ਹੈ? ਮੈਂ ਤਾਂ ਤੁਹਾਡੇ 'ਚ ਇੱਥੇ ਤੁਰਿਆ ਫਿਰਦਾ, ਤੁਹਾਡੇ 'ਚ ਰਹਿਣਾ, ਨਾਲ ਗੁਆਂਢ ਪਿੰਡ ਹੈ, ਤੁਹਾਡੇ ਸਾਹਮਣੇ ਦੇਖ ਕੇ ਵਿਆਹ ਕਰਾਇਆ, ਤੁਹਾਡੇ ਸਾਹਮਣੇ ਜਵਾਕ ਜੱਲਾ ਬੜਾ ਕੀਤਾ, ਤੁਹਾਡੇ ਆਲੇ ਦੁਆਲੇ ਰਹਿਣਾ। ਮੈਂ ਵੋਟ ਦੀ ਸਹੀ ਜਿਹੜੀ ਤੁਸੀਂ ਇਸਤੇਮਾਲ ਕਰਨੀ ਹੈ, ਵੋਟ ਜਿਹੜੀ ਇੱਕ ਇੱਕ ਹੈ ਉਹਦਾ ਬਹੁਤ ਮੁੱਲ ਹੈ। ਇੱਕ ਦੇ ਨਾਲ ਕਈ ਵਾਰ ਬੰਦਾ ਹਾਰ ਜਾਂਦਾ। ਦੇਖਿਓ ਕਿਤੇ ਇੱਧਰ ਉੱਧਰ ਸੁਣ ਕੇ ਵੋਟ ਇੱਧਰ ਉੱਧਰ ਕਰਦੇ, ਜਾਤ ਧਰਮ ਡਰ ਲਾਲਚ ਨਾਲ ਸੰਬੰਧਿਤ ਹੋ ਕੇ ਵੋਟ ਪਾਉਣੀ ਮਹਾਨ ਗਲਤੀ ਹੈ। ਪਰ ਫੇਰ ਵੀ ਮੈਂ ਤੁਹਾਡਾ ਗੋਤੀ ਹੈ। ਚੁੱਪਚਾਪ ਲੋਕ ਬੈਠੇ, ਜੈਲਦਾਰਾਂ ਦੀ ਨਹੁੰ ਤਨਜੀਤ ਵੀ ਸੁਣਦੀ ਉੱਠ ਕੇ ਤੁਰਕੀ ਹਵੇਲੀ ਜਾਂ ਪੈਨ ਫੜ ਕਾਗਜ਼ ਤੇ ਕੋਈ ਲਿਖਿਆ ਮੁੜਿਆ ਹੀ ਹਵੇਲੀ ਦੀਆਂ ਕੰਧਾਂ ਨਾਲ ਖੜੇ ਬਾਗੀਆਂ ਦੇ ਮੁੰਡੇ ਰੋਲ ਤੋਂ ਤਨਜੀਤ ਨੇ ਕਿਹਾ, ਆ ਕਾਗਜ਼ ਹੌਲੀ ਜਿਹਾ ਉਹ ਆਦਮੀ ਨੂੰ ਫੜਾਈ ਜਿਹੜਾ ਖੜਾ ਬੋਲਦਾ। ਬੀਬੀ ਜੀ ਜੇ ਮੈਨੂੰ ਸਟੇਜ ਤੇ ਨਾ ਚੜ੍ਹਨ ਦਿੱਤਾ ਉਹਨਾਂ ਨੇ, ਰੋਦੂ ਬੋਲਿਆ, ਨਹੀਂ ਕੁਛ ਨਹੀਂ ਕਹਿੰਦੇ। ਸਰਦਾਰ ਕੀ ਸਰਦਾਰ ਜੀ ਨੂੰ ਕਾਗਜ਼ ਦੇਣਾ ਨਾ ਨੁਕਰੇ ਕਰਦਾ, ਰੋਦੂ ਤੁਰ ਗਿਆ। ਤਨਜੀਤ ਖੜੀ ਦੇਖੇ ਜਗਤੇ ਜਗਾਉਂਦੇ ਨੇ ਸਟੇਜ ਉੱਤੇ ਚੜ੍ਹ ਕਾਗਜ਼ ਚਰਨ ਸਿੰਘ ਨੂੰ ਫੜਾਤਾ। ਚਰਨ ਸਿੰਘ ਨੇ ਬਿਨਾਂ ਪੜਿਆ ਪਹਿਲਾਂ ਮੁੱਠੀ 'ਚ ਘੁੱਟ ਕੇ, ਮੈਂ ਇਹ ਗੱਲ ਕਰ ਰਿਹਾ ਸੀ ਤੁਹਾਡੇ ਪਿੰਡਾਂ ਦਾ, ਤੁਸੀਂ ਜਿਹੜੇ ਖਾਸ ਬੰਦੇ ਹੋ, ਵੋਟਰ ਵਿਚਾਰੇ ਭੋਲੇ ਹੋ, ਲੀਡਰ ਲੋਕ ਲੈਵਲ ਦਰਜੇ ਦੇ ਚਲਾਕ ਨੇ, ਮਿੱਠੀਆਂ ਗੱਲਾਂ ਮਾਰ ਕੇ ਵੋਟਾਂ ਲੈਂਦੇ, ਫਿਰ ਕੀਤੇ ਵਾਅਦੇ ਭੁੱਲ ਜਾਂਦੇ ਨੇ। ਅਜੇ ਉਸੇ ਤਰ੍ਹਾਂ ਹੀ ਜੈਲਦਾਰ ਜਗੀਰਦਾਰ ਕਈ ਪਿੰਡਾਂ 'ਚ ਮਾਲਕ ਬਣੇ ਫਿਰਦੇ ਨੇ, ਗਰੀਬ ਮਜ਼ਾਰੇ ਕਮਾਉਂਦੇ ਨੇ, ਜਗੀਰਦਾਰ ਐਸ਼ ਕਰਦੇ ਨੇ। ਅਮੀਰ ਗਰੀਬ ਹੋਣਾ ਧੁਰ ਦਰਗਾਹੋਂ ਚੀਜ਼ਾਂ ਨੇ, ਅਮੀਰੀ ਮਿਲ ਜਾਂਦੀ ਹੈ, ਪਰ ਅਮੀਰੀ ਹੋ ਕੇ ਕਿਸੇ ਨੂੰ ਦਬਸ਼ ਨਾ ਦਿਓ। ਮੈਂ ਤੁਹਾਡੇ ਚੋਂ ਹਾਂ, ਕੀ ਹੋ ਗਿਆ ਤੇ ਭਰਾ ਚਾਰ ਵਧੀਆ ਕੋਠੀ 4 ਪਾ ਲਏ ਤੇ ਇੱਕ ਗੱਡੀ ਲੈ ਲਈ, ਸਾਰੇ ਐਮਐਲਏ ਲਈ ਫਿਰਦੇ ਨੇ, ਮੈਂ ਕੋਈ ਖਾਸ ਹਾਂ? ਆਲੇ ਦੁਆਲੇ ਆਪਣੇ ਦੇਖੋ। ਤਨਜੀਤ ਲੋਕਾਂ ਤੋਂ ਅੱਖਾਂ ਬਚਾਉਂਦੀ ਖਿਸਕਦੀ ਸਟੇਜ ਦੇ ਪਿੱਛੇ ਬਰੋਟੀ ਦੀਆਂ ਜੜ੍ਹਾਂ 'ਚ ਇਕੱਲੀ ਜਾਵੇ, ਪੂਰਾ ਹਨੇਰਾ ਹੋਣ ਕਰਕੇ ਦਿਖਦਾ। ਹੁਣ ਗੱਲੀ ਬਾਤੀ ਰਾਮ ਰਿਆਜ਼ ਲਿਆਏਗਾ, ਬਰੋਟੀ ਦੀਆਂ ਜੜ੍ਹਾਂ 'ਚ ਬੈਠੀ ਤਨਜੀਤ ਨੇ ਬੁੱਲਾਂ 'ਚ ਕਿਹਾ, ਤੇਰਾ ਵੀ ਓਨਾ ਚਿਰ ਰੌਲਾ ਜਿੰਨਾ ਚਿਰ ਕੋਠੀ ਨਹੀਂ ਪੈਂਦੀ, ਜਾਣਦਾ ਤੇਰੀਆਂ ਜੜ੍ਹਾਂ ਨੂੰ ਜਾਣਦੀਆਂ। ਮੈਂ ਭੁੱਲ ਗਿਆ ਜਦ ਕਾਲਜ 'ਚ ਮੇਰੇ ਲਿਖੇ ਭਾਸ਼ਣ ਪੜ੍ਹਦਾ ਹੁੰਦਾ ਸੀ, ਹੁਣ ਵੀ ਅੱਧੇ ਵੱਧ ਮੈਂ ਲਿਖ ਕੇ ਦਿੰਨੀ ਆ, ਗੱਲਾਂ ਆਪ ਮਾਰਦਾ, ਜਕੜਾ 4 ਊੜਾ ਤੈਨੂੰ ਕਿਹੜਾ ਨਹੀਂ ਆਉਂਦਾ, ਤੂੰ ਗੱਲਾਂ ਕਰਦਾ। ਤਨਜੀਤ ਬੈਠੀ, ਭਾਸ਼ਣ ਚੱਲੀ ਜਾਵੇ। ਤਨਜੀਤ ਇੱਥੇ ਦੇ ਜੈਲਦਾਰਾਂ ਦੀ ਨੂੰਹ ਸੀ, ਵਿਆਹੇ ਨੂੰ 10 ਸਾਲ ਹੋ ਗਏ। ਘਰ ਵਾਲਾ ਗੁਰਿੰਦਰ ਮਕਲਾਵੇ ਤੋਂ 3 ਸਾਲ
ਰਹਿ ਕੇ ਬਲੈਕ ਨੂੰ ਤੁਰ ਗਿਆ। ਤਨਜੀਤ ਦੇ ਇੱਕ ਨਵਰੂਪ ਹੋਈ, ਫਿਰ ਹੁਣ ਤੱਕ ਕੁਛ ਨਹੀਂ। ਸਭ ਕੁਝ ਹੁੰਦਿਆਂ ਹਵੇਲੀ ਤਨਜੀਤ ਨੂੰ ਵੱਡ ਖਾ। ਇੱਕ ਗੁਰਿੰਦਰ ਸਰਦਾਰ ਬਿਨਾ ਜਿਗਰ ਉੱਤੇ ਸਬਰ ਦਾ ਪੱਥਰ ਰੱਖ ਨਵਰੂਪ ਦੀ ਆਸ ਤੇ ਦਿਨਾਂ ਨੂੰ ਧੱਕੇ ਦੇਈ ਜਾਂਦੀ ਸੀ। ਇੱਕ ਇੱਕ ਕਰਕੇ 7 ਵਰ੍ਹੇ ਲੱਗੇ ਸਰਦਾਰ ਦੀਆਂ ਚਿੱਠੀਆਂ ਬਲੈਤੋਂ ਆਉਂਦੀਆਂ। ਤਨਜੀਤ ਖੁਦ ਮੁਖਤਿਆਰ ਸੀ, ਜ਼ਮੀਨ ਦਾ ਸਾਰਾ ਮਾਮਲਾ ਕਰਦੀ। ਸੱਸ ਸਹੁਰੇ ਵੱਲੋਂ ਛੁੱਟੀ ਸੀ 5 ਕਰੇ 50 ਕਰੇ, ਕਿਉਂਕਿ ਊਣੇ ਸੀ ਪੁੱਤ ਬਲੈਤੋਂ ਗਿਆ, ਮੁੜਿਆ ਨਹੀਂ, ਗੋਰੀਆਂ ਦੇ ਦੇਸ਼ ਗਿਆ। ਕੰਧ ਦੇ ਪਰਛਾਵੇਂ ਨੂੰ 7 ਸਾਲਾਂ ਤੱਕ ਤਨਜੀਤ ਦੀ ਜਿਹੜੀ ਉਮਰ ਢਲਣ ਲੱਗੀ। ਮੁਖਲਾਵੇ ਵੇਲੇ ਉਹਦੇ ਮੱਥੇ ਨਹੀਂ ਸੀ ਲੱਗਿਆ ਜਾਂਦਾ। ਗੋਰੀ ਲੰਮੀ ਲੰਜੀ ਢਿੱਡੋਂ ਜਿਹੜੀ ਇੱਕ ਜਵਾਕ ਤੋਂ ਬਾਅਦ ਫੁੱਟੀ ਨਾ ਬੰਦਾ ਨਾ ਮੁੜਿਆ, ਤੂਤੀਆਂ ਜਿਹੜੀਆਂ ਰਸ ਢਲਕ ਗਈਆਂ। ਪਹਿਲੀ ਵਾਰ ਜਦ ਉਹਨੇ ਹਵੇਲੀ 'ਚ ਪੈਰ ਭਰਿਆ ਤੇ ਹਵੇਲੀ ਚਾਨਣ ਹੋ। ਪੱਖੋਂ ਵਾਲਾਂ ਦੇ ਜਗੀਰ ਦੀ ਧੀ ਸੀ ਤਨਜੀਤ। ਇਹ ਦੱਸਿਆ ਪੱਖੋਂ ਵਾਲੀ ਸਰਦਾਰ 5 ਪਿੰਡਾਂ ਦਾ ਮਾਲਕ, ਪੱਲੀ ਕਲਾਪੀ ਧੀ ਸੀ। ਚਾਵਾਂ ਨਾਲ ਪਾੜਿਆ ਤਨਜੀਤ ਨੂੰ ਤਨਜੀਤ ਦੀ ਜਗੀਰਦਾਰ ਨਹੀਂ ਮਾਂ। ਇਸੇ ਪਿੰਡ ਪੱਖੋਵਾਲ ਚੰਦ ਦੇ ਨਾਨਕੇ ਸੀ। ਨਾਨਕੇ ਘਰ ਦੀ ਚਰਨ ਪੜਿਆ, ਉੱਥੇ ਹੀ 10 ਜਮਾਤਾਂ ਕੀਤੀਆਂ। ਚਰਨ ਦਾ ਨਾਨਾ ਵੀ ਲੰਬੜਦਾ ਸੀ 100 ਵਿਦਿਆ ਦਾ ਮਾਲਕ। ਚੰਦ ਤੇ ਤਨਜੀਤ ਲਾਗਲੇ ਹਾਈ ਸਕੂਲ 'ਚ ਪੜ੍ਹਦੇ 10ਵੀਂ ਤੱਕ। ਤੇ ਤਨਜੀਤ ਜਗੀਰਦਾਰਾਂ ਦੀ ਕੁੜੀ ਸੀ। ਚਰਨ ਸਰਦਾਰ ਸਧਾਰਨ ਜੱਟਾਂ ਦਾ। ਪੇਕੀ ਤਨਜੀਤ ਦੇ ਰੂਪ ਤੇ ਕਈਆਂ ਨੇ ਕਾਲਜੇ ਬੰਨੇ। ਕਈ ਵਾਰ ਗੱਲਾਂ ਹੁੰਦੀਆਂ ਜਗੀਰਦਾਰ ਨੇ, ਉਹਦੇ ਪਿਓ ਨੇ, ਜਿਹੜੀਆਂ ਹਵੇਲੀਆਂ ਦੀਆਂ ਗੱਲਾਂ ਸੀ ਲੋਕਾਂ ਨੂੰ ਪਤਾ ਸੀ। ਭਾਦੋਂ ਮਹੀਨੇ ਇੱਕ ਤਿੱਖਣ ਦੁਪਹਿਰੇ ਮੱਕੀਆਂ ਸੇਲੇ ਨਿਗਾਹ ਬੰਦੇ ਲੁਕਾਉਂਦੀਆਂ। ਆਲੇ ਦੁਆਲੇ ਮਣੀ ਨਾ ਮਾਰ ਤਨਜੀਤ ਇਕੱਲੀ ਤੁਰ ਜਾਂਦੀ। ਨਿਗਾਹੀਆਂ ਦੇ ਖੂਹ ਕੋਲੋਂ ਤਨਜੀਤ ਨੂੰ 2 ਬੰਦੇ ਚਿੰਬੜ ਗਏ। ਤਨਜੀਤ ਨੇ ਮਾਂ ਕਹਿ ਕੇ ਰੌਲਾ ਪਾਇਆ। ਪਿੱਛੋਂ ਕਿਸ ਨੇ ਲਲਕਾਰਾ ਮਾਰਿਆ, ਖਰਜਾ ਤੁਹਾਡੀ। ਜਦ ਇੰਨੀ ਗੱਲ ਕਹੀ ਤਾਂ ਚਰਨ ਨੇ ਦੇਖਿਆ ਮੂੰਹ ਵਾਲ ਬੰਨੇ ਬੰਦੇ ਭੱਜ ਗਏ। ਉਦੋਂ ਪਹਿਲਾ ਦਿਨ ਸੀ ਜਦੋਂ ਤਨਜੀਤ ਨੇ ਚਰਨ ਨੂੰ ਬੁਲਾਇਆ। ਜਗੀਰਦਾਰਾਂ ਦੀ ਧੀ ਗਰੀਬ ਦੇ ਮੁੰਡੇ ਨਾਲ ਹੱਸੀ। ਧੰਨਵਾਦ ਬਹੁਤ ਬਹੁਤ, ਤੁਸੀਂ ਜੇ ਨਾ ਆਉਂਦੇ ਸਾਡੇ ਹੁੰਦੇ ਨੇੜੇ ਨਹੀਂ ਲੱਗ ਸਕਦਾ ਕੋਈ। ਰੱਬ ਨਾਲ ਹੁੰਦਾ। ਅਮੀਰ ਗਰੀਬ ਗਰੀਬ ਦਾ ਫਰਕ ਨਹੀਂ, ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ। ਝਾਕ ਨਹੀਂ ਸਕਦਾ ਤੇਰੇ ਵਾਲੇ ਕੋਈ, ਚਰਨ ਨੇ ਕਿਹਾ ਸੀ। 2 ਮਹੀਨੇ ਮਗਰੋਂ ਤਨਜੀਤ ਇੱਕ ਦਿਨ ਚਰਨ ਕੋਲ ਬੈਠ ਕੇ ਰੋਈ ਤੇ ਬਸ ਵਿਆਹਾਂ ਦੀਆਂ ਗੱਲਾਂ ਚੱਲ ਪਈ। 10ਵੀਂ ਪਾਸ ਕਰਨ ਮਗਰੋਂ ਝੱਟ ਤਨਜੀਤ ਦਾ ਵਿਆਹ ਹੋ ਗਿਆ। ਰਾਏਪੁਰ ਜੈਲਦਾਰਾਂ ਨੇ। ਚਰਨ ਆਪਣੇ ਪਿੰਡ ਜਾ ਵੜਿਆ ਧਾਂਦਰੇ। ਲੁਧਿਆਣੇ ਧਾਂਦਰੇ ਦੇ ਨੇੜੇ ਸੀ। ਉਹਦੇ ਬਾਪੂ ਨੇ ਕਾਲਜ ਦਾਖਲ ਕਰਾਤਾ। ਪੜ੍ਹਦਾ ਚਰਨ ਐਮਏ ਕਰ ਗਿਆ। ਤਨਜੀਤ ਦੇ ਢਿੱਡੋਂ ਇੱਕ ਧੀ ਨੂੰ ਜਨਮ ਦਿੱਤਾ ਇੰਨੇ ਵਰਿਆਂ ਵਿੱਚ। ਤੇ ਕਾਲਜ ਦੇ ਦਿਨਾਂ 'ਚ ਚਰਨ ਨੂੰ ਲੀਡਰ ਬਣਨ ਦੀ ਝਟਕ ਲੱਗ ਗਈ। ਬੁਲਾਰਾ ਬਣ ਗਿਆ। ਭਾਸ਼ਣ ਸ਼ੁਰੂ ਸੀ। ਤਨਜੀਤ ਬਰੋਟੇ ਦੀਆਂ ਜੜ੍ਹਾਂ 'ਚ ਬੈਠੀ ਬਿੰਦਕ ਮਗਰੋਂ ਆਪਣੇ ਆਪ ਨੂੰ ਪਤਾ ਨਹੀਂ ਕਦ ਹੁਣ ਹਟੂ ਬੋਲਣੋਂ। ਦੇਖਦਾ ਸਹੀ ਕਿਵੇਂ ਸਿਰ ਦਾ ਗੇੜ ਇਹ ਬੰਦਾ ਉਹੀ ਹੈ ਜਿਹਨੂੰ ਮੈਂ ਜਾਣਦਾ। ਚਰਨ ਬੋਲਿਆ, ਦੋਸਤੋ ਸਮਾਂ ਬਹੁਤ ਹੋ ਗਿਆ, ਮੇਰੇ ਮਗਰੋਂ ਹੋਰ ਸਾਥੀਆਂ ਨੂੰ ਵੀ ਬੋਲਣਾ। ਅੰਤ ਵਿੱਚ ਇੱਕੋ ਹੀ ਗੱਲ ਕਹਾਂਗਾ, ਆਪਣੀ ਵੋਟ ਦੀ ਸਹੀ ਵਰਤੋਂ ਕਰਨੀ ਹੈ, ਹੱਕਦਾਰ ਨੂੰ ਵੋਟ ਪਾਉਣੀ ਹੈ। ਫਿਰ ਮੁੜ ਕੇ ਸਰਮਾਏਦਾਰ ਫਿਰਕਾ ਪ੍ਰਸਤਾ ਬਲੈਕਮੇਲਰਾਂ ਕੋਲ ਆਪਣੇ ਹੱਕ ਨਾ ਵੇਚ ਦਿਓ। ਜੈ ਹਿੰਦ। ਚਰਨ ਕਹਿ ਕੇ ਬੈਠ ਗਿਆ। ਜਗੀਰਦਾਰਾਂ ਦੀ ਤੇ ਜੈਲਦਾਰਾਂ ਦੀ, ਜਗੀਰਦਾਰਾਂ ਦੀ ਧੀ ਤੇ ਜੈਲਦਾਰ ਨਹੀਂ ਬਣੀ, ਹੱਸਣ ਲੱਗੀ। ਦੇਖ ਲਾ ਕਿਵੇਂ ਬੇੜਦਾ, ਇਕੱਠਾ ਲਪੇਟ ਛੱਡਦਾ। ਤੇ ਸਟੇਜ ਸਕੱਤਰ ਫੇਲ ਹੋਇਆ। ਆਪਣੀ ਵੋਟ ਕਿਸ ਨੂੰ ਪਾਓਗੇ? ਸਰਦਾਰ ਚਰਨ ਸਿੰਘ ਨੂੰ। ਲੰਗੜੇ ਲੰਬਰਦਾਰ ਨੇ ਬਾਂਹ ਚੱਕਦੀ ਜਾਣ ਕੇ। ਇੱਕ ਲੱਤ ਤੇ ਐ ਉੱਪਰ ਨੂੰ ਨਿਕਲਿਆ ਜਿਵੇਂ ਫਨੀਅਰ ਉੱਡਦਾ ਹੁੰਦਾ। ਭੇਜੀ ਹੋਈ ਦਾਰੂ ਦੇ ਅਧੀਏ ਦਾ ਪੂਰਾ ਤਹਿਕ ਸੀ। ਨਾਲ ਹੀ ਜੱਗ ਤੇ ਉਹਨੇ ਕਹਿੰਦੇ ਹੋ ਕਿ ਮੈਂ ਉੱਪਰਦਾ ਉੱਪਰ ਨੂੰ ਤੈਨੂੰ ਦੱਸਿਆ ਤਾਂ ਸੀਗਾ ਇਹਦੀ ਚੀਜ਼ ਇਹਨੇ ਕਾਫੀ ਪੀ ਹੋਈ ਹੈ। ਜਗਤ ਵੇਖਦੀ ਬੋਲੀ, ਹਾਂ ਮੈਨੂੰ ਪਤਾ ਹੈ ਜਿਹੜਾ ਇਹ ਉੱਪਰ ਉੱਪਰਦਾ। ਜਗਤ ਤੈਨੂੰ ਕਿਹਾ ਤਾਂ ਸੀ ਵੀ ਕੱਲ ਨੂੰ ਆ ਜੀ, ਉਹ ਵੀ ਉੱਪਰਨ ਲੱਗ ਜਾ। ਹੁਣ ਨਾ ਬੋਲ, ਮੈਂ ਨਾਲ ਨਾਰੇ ਸਤਚੰਦ ਸਿੰਘ ਜਿੰਦਾਬਾਦ, ਸਤਚੰਦ ਸਿੰਘ ਜਿੰਦਾਬਾਦ। ਨਹੀਂ ਭਈਆ ਜਗਤ ਹਰ ਇੱਕ ਗੱਲ ਦੇਖ, ਚੀਜ਼ ਕੀ ਹੈ ਜਿਹੜੀ ਇਹਦੇ ਗਲ 'ਚ ਪਾਈ ਆ। ਇੱਕ ਲੱਤ ਤੇ ਉੱਪਰ ਨੂੰ ਵੱਧਦਾ ਬੇਲ ਲੰਗੂ, ਜਿਵੇਂ ਕੱਦੂ ਉਹਦੀ ਬੇਲ ਹੁੰਦੀ ਆ, ਇਹ ਜਾਂਦਾ ਉੱਪਰ। ਜਗਤਾ ਫੇਰ ਲੱਗਿਆ। ਭਰਾਵੋ ਤੁਹਾਡੇ ਸਾਹਮਣੇ ਹੁਣ ਸੁਰੇਸ਼ ਗੁਪਤਾ ਜੀ ਵਿਚਾਰ ਪੇਸ਼ ਕਰਨਗੇ। ਸ਼ੇਖ ਗੁਪਤਾ ਸਟੇਜ ਤੇ ਲੱਗ ਗਿਆ। ਪਹਿਲਾਂ ਤਾਂ ਭਰਾਵੋ ਤੁਹਾਡੀ ਕਚਹਿਰੀ ਵਿੱਚ ਉਮੀਦਵਾਰ ਕਈ ਰੰਗ ਬਦਲ ਕੇ ਆ ਜਾਂਦੇ ਨੇ, ਤੁਸੀਂ ਪਰਖਣਾ ਹੈ ਇਹਨਾਂ ਨੂੰ ਕੀ ਬੋਲਦੇ ਨੇ। ਸਾਰਿਆਂ ਦੀ ਗੱਲ। ਚਰਨ ਸਿੰਘ ਕਾਗਜ਼ ਪੜ੍ਹ ਰਹੇ। ਸਕੱਤਰ ਨੂੰ
ਸ਼ਰਲੇ ਦਾ ਬਹਾਨਾ ਲਾ ਕੇ ਸਟੇਜ ਤੋਂ ਉੱਤਰ ਕੇ ਹਨੇਰੇ 'ਚ ਬਰੋਟੇ ਵੱਲ ਨੂੰ ਚਲੇ। ਰਣਜੀਤ ਨੇ ਤੁਰੇ ਆਉਂਦੇ ਦੇਖ ਕੇ ਹੌਲੀ ਕਿਹਾ, ਆ ਜਾ ਆ ਜਾ, ਘੰਟਾ ਹੋ ਗਿਆ ਡੀਕਦੇ ਨੂੰ, ਲੈਕਚਰ ਘੱਟ ਕਰ ਲੈਂਦਾ। ਚਰਨ ਬਰੋਟੇ ਦੀਆਂ ਜੜ੍ਹਾਂ ਕੁੱਪੜਿਆ ਰਣਜੀਤ ਨੇ ਨੇੜੇ ਹੋ ਕੇ ਕਿਹਾ, ਬਹੁਤ ਲੈਕਚਰ, ਉਹ ਮੈਨੂੰ ਤਾਂ ਚੇਤਾ ਹੀ ਨਹੀਂ ਰਿਹਾ ਵੀ ਤੇਰਾ ਤੂੰ ਇੱਥੇ ਆ, ਤੈਨੂੰ ਚੇਤਾ ਰਹਿਣਾ, ਹੁਣ ਲੀਡਰ ਬਣ ਗਿਆ। ਰਣਜੀਤ ਨੇ ਗੱਲ ਕੀਤੀ, ਅੱਜ ਤਾਂ ਜਗੀਰਦਾਰ ਦੀ ਕੁੜੀ ਚਿੜੀ ਇੱਕ ਤੂੰ ਹੀ ਜਾਂਦਾ ਸੀ, ਸਾਡੇ ਨਾਲ ਤਾਂ ਕੀ ਵੈਰ ਹੈ। ਉਹ ਬਾਬਾ ਗੁਰੂ ਸਮਝੀ ਹੁੰਦੀ ਹੈ ਗੱਲ, ਉਹ ਲੈਕਚਰ ਹੈ, ਤੇਰੇ ਨਾਲ ਜ਼ਿੰਦਗੀ ਸਾਂਝੀ ਹੈ, ਮੇਰਾ ਤੁਹਾਡੇ ਨਾਲ ਜਗੀਰਦਾਰ ਦਾ ਕੀ ਰੌਲਾ ਹੈ? ਇਹਦਾ ਵੱਡੇ ਜਗੀਰਦਾਰ ਦੀ ਗੱਲ ਵਾਲੇ, ਤੂੰ ਤਾਂ ਸੱਚ ਜੈਲਦਾਰ ਨਹੀਂ ਹੈ। ਅੱਛਾ ਜੈਲਦਾਰ ਨਹੀਂ, ਤੇਰੀ ਸ਼ਾਨ ਦੇ ਖਿਲਾਫ ਜਿਹੜਾ ਕੋਈ ਬੋਲੇਗਾ ਮਾਫੀ ਮੰਗਦਾ। ਚਰਨ ਨੇ ਹੱਥ ਜੋੜੇ, ਨਾ ਨਾ ਇਹੋ ਨਹੀਂ ਗੱਲ, ਚੱਲ ਹਵੇਲੀ ਚੱਲੀਏ, ਸੁਣਨੀ ਪਈ ਹੈ, ਨਾਲੇ ਗਰੀਬਾਂ ਦਾ ਘਰ ਪਵਿੱਤਰ ਹੋ ਜੂ। ਰਣਜੀਤ ਮੂਹਰੇ ਤੁਰ ਪਈ, ਚਰਨ ਸਿੰਘ ਨਾਲ ਤੁਰ ਪਏ। ਚੰਗਾ ਚਾਲ ਗੱਲਾਂ। ਰਣਜੀਤ ਹਵੇਲੀ ਵਿੱਚ ਦੁੱਧ ਦੀ ਗੜਬੀ ਲਈ ਭਰ ਕੇ ਨਾ ਨੁੱਕਰ ਕਰਦੇ ਆ ਦੋਨੇ। ਮੈਂ ਚਾਹ ਜਿਸ ਅੱਛਾ ਚਾਹ ਨਹੀਂ, ਦੁੱਧ ਕਾੜਿਆ ਹੋਇਆ ਲੌਂਗ ਪਾ ਕੇ ਨਾਲ ਕੇਸਰ ਪੀ ਲਾ। ਸ਼ੁਕਰ ਹੈ ਤੇਰੀਆਂ ਵੋਟਾਂ ਆਈਆਂ, ਤੂੰ ਸਾਡੇ ਪਿੰਡ ਆ ਗਿਆ। ਕਈ ਵਾਰ ਚੇਤਾ ਆਇਆ ਵੀ ਬਹਾਨਾ ਲਾ ਕੇ ਤੇਰੇ ਪਿੰਡੇ ਜਾਇਆ। ਰਣਜੀਤ ਗੱਲਾਂ ਕਰਦੀ ਚਰਨਾਂ ਕਹਿਣ ਲੱਗ, ਤੂੰ ਕਿਹੜਾ ਕੀਤਾ ਹੋਣਾ ਯਾਦ, ਲੀਡਰ ਬਣ ਗਿਆ। ਤੇਰੀ ਸੌਂ ਕੀ ਕਰੀਏ, ਆਚਕਨ ਤੇ ਪਜਾਮੀ ਨੇ ਮਾਰ ਲਿਆ। ਬਹੁਤ ਮਨ ਕਰਦਾ ਸੀ ਤੇਰੇ ਮਿਲਣ ਨੂੰ, ਕਾਲਜ ਦੀਆਂ ਫੇਰ ਵੀ ਤੇਰੇ ਨਾਲ ਸਾਂਝਾਂ ਨੇ, ਕਿਤੇ ਛੱਡ ਹੁੰਦੀਆਂ ਨੇ। ਇਹ ਚਰਨ ਸਿੰਘ ਜਿਹੜਾ ਪਹਿਲਾਂ ਲੀਡਰ ਬਣਿਆ ਬੈਠਾ ਸੀ, ਚਰਨਾ ਬਣਿਆ ਬੈਠਾ ਕੋਲ। ਜੇ ਇੰਨਾ ਤੇ ਉਹ ਹੁੰਦਾ ਆ ਕੇ ਮਿਲਦਾ ਨਾ, ਬੰਦਾ ਹੁੰਦੇ ਹੀ ਨਗਰੇ ਨੇ, ਤੀਵੀਆਂ ਹੀ ਨੇ ਜਿਹੜੀਆਂ ਸਾਰੀ ਜ਼ਿੰਦਗੀ ਨਾਲ ਕੱਟਦੀਆਂ ਨੇ। ਗੱਲ ਕਰਦੀ ਰਣਜੀਤ ਰੋਣ ਲੱਗ ਗਈ। ਅੱਜ ਮਸਾਂ ਸੁਹਾਗਣ ਹੋਈਆਂ, 10 ਬੜੇ ਰੰਡੇ ਕੱਟਿਆ। ਇਸ ਘਰ ਦੇ ਵਿੱਚ ਪਾਪ ਹੈ। ਹਵੇਲੀ ਤਾਂ ਜੈਲਦਾਰ ਰਹਿੰਦੀ ਹੈ, ਪਰ ਜੈਲਦਾਰ ਨਹੀਂ ਇੱਥੇ ਵਸਦੇ। ਗੱਲ ਕਰਦੀ ਰਣਜੀਤ ਡੁਸਕੋ ਡੁਸਕੋ ਕਰ। ਸਟੇਜ ਸਕੱਤਰ ਉੱਧਰ ਲੱਗਾ, ਇਲਾਕਾ ਨਿਵਾਸੀ ਸੱਜਣੋ, ਸਰਦਾਰ ਇਹ ਬੋਰਡ ਸੜੀ ਚਰਨ ਸਿੰਘ ਨੂੰ ਹੀ ਪਾਉਣੀ ਹੈ। ਸਮਾਂ ਬਹੁਤ ਹੋ ਗਿਆ, ਹੁਣ ਜਲਸਾ ਵੀ ਆਪਾਂ ਸਮਾਪਤ ਕਰਨਾ ਹੈ। ਜਾਂਦੇ ਜਾਂਦੇ ਇੱਕ ਗਾਉਣ ਹੋਰ ਸੁਣਾ ਦਿੰਦੇ ਆ ਤੁਹਾਨੂੰ। ਚੰਗਾ ਮੈਂ ਚੱਲਦਾ, ਢੀਕਦੇ ਹੋਣੇ ਨੇ। ਸਰ ਚਰਨੇ ਨੇ ਉੱਠ ਕੇ ਬਿੰਦ ਖਠਾਰ। ਰਣਜੀਤ ਉੱਠ ਕੇ ਦੂਜੀ ਬੈਠੀ ਚਲੇ ਗਈ। ਤੇ ਚੰਗਾ ਫਿਰ ਐਤਕੀ ਖਿਆਲ ਰੱਖੀ, ਵੋਟਾਂ ਦਾ ਜੈਲਦਾਰ ਨਹੀਂ ਹੈ। ਬਾਹਰ ਬੈਠ ਤੋਂ ਬਾਹਰ ਨਿਕਲਦੇ ਚਰਨੇ ਹੱਸ ਕੇ ਟੁੱਚਰ ਕੀ, ਵੋਟ ਤਾਂ ਕੀ ਜਾਨ ਹਾਜ਼ਰਾ, ਆ ਫੜ ਲੈ ਚੰਦਾ ਆਪਣਾ ਨਾਲੇ। ਰਣਜੀਤ ਨੇ ਚਰਨ ਦੀ ਮੁੱਠੀ ਚ ਥੱਬਾ ਨੋਟਾਂ ਦਿੱਤਾ। ਲੰਪ ਦੇ ਚਰਨੇ ਪੂਰਾ ਥੱਬਾ ਨੋਟ ਦੇਖੇ, ਇਹ ਕੀ ਇਲੈਕਸ਼ਨ ਬਣਦਾ ਜੈਲਦਾਰਾਂ ਵੱਲੋਂ। ਰਣਜੀਤ ਨੇ ਚਰਨ ਦੀ ਨੋਟ ਦੇ ਵਿੱਚ ਫੜ ਕੇ ਜੇਬ ਦੇ ਵਿੱਚ ਨੋਟ ਥੁੰਨ ਤੇ, MLA ਬਣ ਕੇ ਨਾ ਭੁੱਲ ਜੀ, ਜਾਂ ਗ੍ਰਾਂਟ ਗਰੂਟ ਦੇਣ ਆਇਆ ਹੋਇਆ ਹਵੇਲੀ ਆ ਜਾ ਕਰ, ਮਿਲ ਜਾ ਕਰ। ਜਲਸੇ ਚ ਉੱਠ ਕੇ ਤੁਰੇ ਜਾਂਦੇ, ਲੋਕਾਂ ਦਾ ਰੌਲਾ ਰੱਪਾ ਬੀਹੀ ਦੇ ਵਿੱਚੋਂ ਸੁਣਦਾ ਸੀ। ਲੈ ਬਈ ਸਰੇ ਲਾਤੀ ਗੱਲ, ਮੂਹਰੇ ਫੇਰ ਲੰਗੜਾ ਜਿਹੜਾ ਲੰਬੜਦਾਰ ਤੁਰਿਆ ਜਾਂਦਾ ਸੀ, ਉਹ ਮਾਂ ਕੇ ਲੱਤ ਕਰਦਾ ਜਿਵੇਂ ਭੰਗੜੇ ਦੇ ਵਿੱਚ ਮੋਰਨੀ ਪਾਈ ਹੁੰਦੀ ਹੈ। ਜਗਤਾਂ ਨਾਲ ਹਾਂ ਬਈ ਲੰਬੜਦਾਰਾ ਕਿਵੇਂ ਰਿਹਾ ਤੇਰਾ ਲੈਕਚਰ? ਬਹੁਤ ਸਿਰੇ ਸੀ, ਦੇਖਦਾ ਸੀ ਬੰਦਾ ਕਿੰਨਾ ਵਧੀਆ ਬੋਲਿਆ। ਡਿਊਟੀ ਲਾਈ ਸਰਪੰਚ ਨੇ, ਮੈਂ ਰਹਿ ਕੇ ਤਾਂ ਹੀ ਤਾਂ ਤੁਹਾਡੇ ਸਾਹਮਣੇ ਮੂਹਰੇ ਵੱਡੇ ਵੱਡੇ ਨਾਅਰੇ ਲਾਏ ਨੇ। ਤੈਨੂੰ ਪਤਾ ਜਗਤਾ ਤੈਨੂੰ ਕੱਲ ਵਾਲੀ ਗੱਲ ਯਾਦ ਆ ਜੀ। ਹੱਥ ਨੇ ਰੌ ਰਾਸਤਾ ਜਦ ਪਾਠੀ ਬੋਲੂ, ਉਹ ਟਾਈਮ ਆ ਜੀ ਬਾਹਰ ਦੀ ਬੈਠ। ਬਸ ਬੋਲੀ ਨਾ ਕਿਸੇ ਨੂੰ। ਬੋਲਣਾ ਕਿਉਂ ਨਹੀਂ? ਇਹ ਬੋਲਣ, ਇਹ ਚੁੱਪ ਕਰ ਦਿੰਦੀ ਆ ਸੌਰੀ, ਤੂੰ ਚੁੱਪ ਕਰਿਆ, ਅਸੀਂ ਤਾਂ ਭਾਈ ਪੀ ਕੇ ਬੋਲਾਂਗੇ। ਕੀ ਬੋਲੇਗਾ? ਸਚਨ ਸਿੰਘ ਜਿੰਦਾਬਾਦ। ਸਿਰੇ ਲਾ ਦੀ ਗੱਲ। ਰਣਜੀਤ ਬੂਹੇ 'ਚ ਖੜੀ ਦੂਰ ਤੱਕ ਜਾਂਦੇ ਦੀ ਪਿੱਠ ਦੇਖੀ ਗਈ ਚਰਨ ਸਿੰਘ ਦੀ। ਜਦ ਉੱਠ ਕੇ ਸਾਂਸੀਆਂ ਦਾ ਮੁੰਡਾ ਬੀਚ ਹੌਲੀ ਹੌਲੀ ਤੁਰਿਆ ਜਾਂਦਾ। ਵਸਦਾ ਰਹਿ ਮਿੱਤਰਾ, ਭਾਵੇਂ ਰਹਿ ਅੱਖੀਆਂ ਤੋਂ ਓਲੇ। ਰਣਜੀਤ ਨੂੰ ਐ ਲੱਗਿਆ ਵੀ ਇਸ ਮੁੰਡੇ ਨੇ ਚਰਨ ਸਿੰਘ ਜਾਂਦਾ ਦੇਖਿਆ। ਜਾਂਦੇ ਹੀ ਪੈਰ ਛੰਟਕੇ ਬੰਦੇ ਖੜੇ ਸੀ, ਗੱਡੀਆਂ 'ਚ ਡਰਾਈਵਰ ਖੜਾ ਸੀ। ਉੱਪਰੋਂ ਸਟੇਜ ਸਕੱਤਰ ਉੱਤਰ ਕੇ ਖੜ ਕੇ ਕੰਨ 'ਚ ਬੋਲਿਆ, ਕਿਉਂ ਜੀ ਕਿਵੇਂ ਰਿਹਾ? ਬਸ ਠੀਕ ਆ, ਦੱਬੀ ਰੱਖੋ। ਬਸ ਆਪਾਂ ਜਿੱਤੇ ਪਏ, ਗੱਲ ਨੇੜੇ ਆ ਗਈ ਤੇ ਜ਼ਿਆਦਾ ਆਪਾਂ ਬਣ ਗਏ। ਬਸ ਤੂੰ ਨਾਲ ਚੰਡੀਗੜ੍ਹ ਵਾਲਾ ਦਫ਼ਤਰ ਤੈਨੂੰ ਸਮਝਾਉਣਾ ਨਾਲ, ਜਿਹਦੇ ਵਸਦੇ ਰਹੋ, ਤੁਹਾਡਾ ਹੀ ਹੈ ਸਾਰਾ। ਚਲੋ ਵੀ ਮਿੱਤਰੋ, ਇੰਨਾ ਕਹਿ ਕੇ ਚਰਨ ਸਿੰਘ ਦੀ ਗੱਡੀ ਧੂੜਾ ਪੱਟਦੀ ਜੈਲਦਾਰ ਨੂੰ ਬਾਹਰ ਜਾ ਰਹੀ ਸੀ। ਜੈਲਦਾਰ ਨਹੀਂ 1:50 ਹੋਇਆ ਜੀ।
ਕਹਾਣੀ ਤੁਸੀਂ ਦੇ ਤਰੀਕਿਆਂ ਵਾਲੇ ਦੀ ਸੁਣ ਕੇ ਹਕਤੇ ਹੋ। ਰਾਜਨੀਤੀ ਦਾ ਅਖਾੜਾ ਇਸ ਤਰ੍ਹਾਂ ਹੁੰਦਾ, ਨਾਰੀ ਮੁਕਤੀ ਮੋਰਚਾ ਵਾਲੇ ਫਿਰ ਇਉਂ ਇਕੱਠੇ ਹੋ ਜਾਂਦੇ। ਮਦਰ ਇੰਡੀਆ ਵਾਲੇ ਉਹਨਾਂ ਤੋਂ ਤੁਸੀਂ ਜਿਹੜੇ ਪ੍ਰੋਡਕਟਸ ਲੈਣੇ ਨੇ 604 430 60 72 ਬਹੁਤ ਸਮਾਨ ਹੈ ਮਦਰ ਇੰਡੀਆ ਦੇ ਕੋਲ, ਇੱਕ ਨਹੀਂ ਬਹੁਤ ਹਰ ਕਿਸਮ ਦਾ। ਤੁਸੀਂ ਸਕਿਨ ਤੋਂ ਲੈ ਕੇ ਵਾਲਾਂ ਤੋਂ ਲੈ ਕੇ ਵਾਲ ਰੰਗਣ ਵਾਲੇ ਬਸਮਾ ਬਹੁਤ ਵਧੀਆ, ਮੁਸ਼ਕਲ ਬੂਟੀ ਹੈ ਜਿਹੜੀ ਇਤਰ ਉਹ ਬਹੁਤ ਵਧੀਆ ਬਣਿਆ ਬਣਾਇਆ ਜਿਹੜਾ ਸਟੋਰ ਹੈ ਇੱਕ, ਉਹ ਇਸ ਤਰ੍ਹਾਂ ਦਾ ਸਾਰਾ ਸਮਾਨ ਜਿਹੜਾ ਹੁਣ ਮਿਲਣ ਲੱਗਿਆ ਕੈਲੀਫੋਰਨੀਆ 'ਚ। ਮਨਪ੍ਰੀਤ ਸਿੰਘ ਮਾਨ ਹੋਣੀ ਜਿਹੜੇ ਨੇ ਐਥੋਰਾਈਜ਼ਡ ਜਿਹੜੇ ਨੇ ਕੀਤੇ ਹੋਏ ਨੇ ਸਾਰਾ ਮਦਰ ਇੰਡੀਆ ਦਾ ਸਮਾਨ, ਉਹਨਾਂ ਤੋਂ 925 895 4208 925895 895 4208। ਤੁਹਾਨੂੰ ਚਾਹੀਦਾ ਤਾਂ ਉਹਨਾਂ ਨਾਲ ਗੱਲਬਾਤ ਕਰਿਓ। ਇਹ ਡਾਈ ਸ਼ੈਂਪੂ ਤੋਂ ਲੈ ਕੇ ਕੁਝ ਵੀ ਤੁਹਾਨੂੰ ਮਦਰ ਇੰਡੀਆ ਦਾ ਚਾਹੀਦਾ। ਸ਼ੁਕਲਾ ਜੀ ਕਹਿੰਦੇ ਵੀ ਹੁਣ ਕੈਲੀਫੋਰਨੀਆ ਵਾਲੇ ਮੈਨੂੰ ਵੀ ਫੋਨ ਕਰ ਲਿਓ, ਪਰ ਸਿੱਧੇ ਫੋਨ ਕਰ ਲਿਓ 925 895 4208 ਮਨਪ੍ਰੀਤ ਸਿੰਘ ਮਾਨ ਉਹਨਾਂ ਦਾ। ਇਹ ਸਟਾਕਟਨ 'ਚ ਜਿਹੜਾ ਇੰਡੀਆ ਗੇਟ ਗ੍ਰੋਸਰੀ ਸਟੋਰ ਆ ਉੱਥੋਂ ਸਮਾਨ ਮਿਲਦਾ। ਵੋਟਾਂ ਦੇ ਬਾਰੇ ਹੁਣ ਤੁਹਾਨੂੰ ਗੱਲਾਂ ਬਾਤਾਂ ਪਤਾ ਲੱਗਦੀਆਂ ਰਹਿਣੀਆਂ ਨੇ, ਤੁਸੀਂ ਸੁਣਦੇ ਰਹਿਣਾ, ਪਰ ਥੋੜਾ ਜਿਹਾ ਅਸੀਂ ਸੋਚਣ ਲੱਗੀਏ, ਜਿਵੇਂ ਪਹਿਲੇ ਵੀ ਕਾਲਰ ਦੱਸ ਕੇ ਗਏ ਨੇ, ਥੋੜਾ ਜਿਹਾ ਲੀਹ ਤੋਂ ਹਟ ਕੇ ਸੋਚੀਏ ਕਿ ਅਸੀਂ ਸਾਡੇ ਲਈ ਚੰਗਾ ਕੀ ਹੈ ਤੇ ਮਾੜਾ ਕੀ ਹੈ। ਉਹ ਬੇਨਤੀ ਹੈ ਸਾਰਿਆਂ ਨੂੰ ਕਿ ਇਹਦੇ ਜਿੱਥੇ ਆਪਾਂ ਫਾਇਦਾ ਲੈਣਾ ਹੈ ਇਸ ਰਾਜਨੀਤੀ ਦਾ, ਜਿਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ, ਪਰ ਇਹਦੇ ਵਿੱਚ ਜਦ ਆਪਾਂ ਵੋਟਾਂ ਦੀ ਜਿਹੜਾ ਅਨੁਪਾਤ ਹੈ ਉਹ ਬਹੁਤ ਘੱਟ ਜਾਂਦਾ। 50-55%, 50 ਬੰਦੇ 100 ਬੰਦਿਆਂ ਦੀ ਜ਼ਿੰਦਗੀ ਦਾ ਫੈਸਲਾ ਕਰਦੇ ਆ। ਦੇਖ ਲਓ, ਤੁਸੀਂ ਸੋਚ ਲਓ ਕਿਵੇਂ ਵੀ ਤੁਹਾਨੂੰ ਜਿਹੜਾ ਬਾਕੀ ਮਰਜ਼ੀ ਤੁਹਾਡੀ ਹੈ, ਸਾਡਾ ਕੰਮ ਹੈ ਜਿਹੜਾ ਉਹ ਅਸੀਂ ਕਰਦੇ ਰਹਿਣਾ। ਅਖੀਰ ਦੇ ਵਿੱਚ ਦੇਵ ਸਰੀਕਿਆਂ ਵਾਲੇ ਦਾ ਗੀਤ ਤੁਹਾਨੂੰ ਆਪਣੇ ਕੁਲਦੀਪ ਮਾਨਕ ਦਾ ਗੀਤ ਸੁਣਾਈਏ ਇੱਕ, ਤੇ ਪੁਰਾਣਾ ਗੀਤ ਹੈ, ਪਸੰਦ ਕਰੋਗੇ ਤੇ ਕੱਲ ਨੂੰ ਫੇਰ ਆ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ। ਰੱਬ ਰੱਖ।